ਸਤਿ ਸ਼੍ਰੀ ਅਕਾਲ ਜੀ। ਫਾਸਟਵੇ ਨਿਊਜ਼ ਦੇਖ ਰਹੇ ਹੋ ਤੁਸੀਂ। ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਲੁਧਿਆਣਾ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਇੱਕ 11ਵੀਂ ਕਲਾਸ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ। ਧਨੰਜੇ 11ਵੀਂ ਕਲਾਸ ਦਾ ਕਾਮਰਸ ਦਾ ਵਿਦਿਆਰਥੀ ਸੀ ਅਤੇ ਉਸ ਦਾ ਇਲਜ਼ਾਮ ਇਹੀ ਹੈ ਕਿ ਸਕੂਲ ਵਾਲੇ ਉਸ ਨੂੰ ਮੈਂਟਲੀ ਤੌਰ ਤੇ ਟੌਰਚਰ ਕਰਦੇ ਸਨ, ਜਿਸ ਕਰਕੇ ਪਹਿਲਾਂ ਉਸਨੇ ਵੀਡੀਓ ਬਣਾਈ, ਜਿਸ ਤੋਂ ਬਾਅਦ ਉਸਨੇ ਘਰ ਆ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਰ ਇਸ ਇਨਸੀਡੈਂਟ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ ਕਿ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ, ਵਿਦਿਆਰਥੀਆਂ ਦੇ ਨਾਲ ਇਸ ਤਰ੍ਹਾਂ ਦਾ ਬਿਹੇਵ ਕੀਤਾ ਜਾਂਦਾ ਹੈ, ਜਾਂ ਜੇ ਅਧਿਆਪਕਾਂ ਨੇ ਉਸ ਨਾਲ ਕੁਝ ਕੀਤਾ, ਇਸ ਤਰ੍ਹਾਂ ਦਾ ਕੁੱਟਮਾਰ ਕੀਤੀ ਜਾਂ ਉਸ ਨੂੰ ਮੈਂਟਲੀ ਤੌਰ ਤੇ ਟੌਰਚਰ ਕੀਤਾ, ਤਾਂ ਕੀ ਇਸ ਦਾ ਮਤਲਬ ਹੈ ਕਿ ਉਹ ਖੁਦਕੁਸ਼ੀ ਕਰ ਲਵੇ। ਸਵਾਲ ਬਹੁਤ ਵੱਡੇ ਨੇ। ਇਸੇ ਗੱਲ ਤੇ ਅਸੀਂ ਚਰਚਾ ਕਰਾਂਗੇ। ਸਾਡੇ ਨਾਲ ਪੈਨਲ ਮੌਜੂਦ ਹੈ। ਸਭ ਤੋਂ ਪਹਿਲਾਂ ਇੰਟਰੋਡਕਸ਼ਨ ਕਰਾ ਦਿੰਦੇ ਹਾਂ। ਸਾਡੇ ਨਾਲ ਪ੍ਰੋਫੈਸਰ ਸੰਤੋਖ ਸਿੰਘ ਔਜਲਾ ਨੇ, MD ਨੇ, TV ਸਕੂਲ ਦੇ ਸਿੱਖਿਆ ਸ਼ਾਸਤਰੀ ਨੇ, ਅਧਿਆਪਨ ਦੇ ਕਿੱਤੇ ਨਾਲ ਲੰਮਾ ਸਮਾਂ ਜੁੜੇ ਰਹੇ ਨੇ। ਡਾਕਟਰ ਰਾਘਵ ਅਰੋੜਾ ਸਾਡੇ ਨਾਲ ਨੇ, ਸਕਾਈਟ੍ਰਿਸਟ ਨੇ, ਮਨੋਵਿਗਿਆਨ ਨੂੰ ਸਮਝਦੇ ਨੇ, ਮਨੋਚਿਕਿਤਸਕ ਨੇ। SS ਸੋਢੀ ਸਾਡੇ ਨਾਲ ਨੇ, ਪ੍ਰਿੰਸੀਪਲ ਨੇ, ਦਸ਼ਮੇਸ਼ ਕੋ ਐਜੂਕੇਸ਼ਨ ਸਕੂਲ ਦੇ ਚਲਾਉਂਦੇ ਨੇ, ਪ੍ਰਿੰਸੀਪਲ ਨੇ। ਤੇ ਇਸੇ ਤੇ ਅਸੀਂ ਗੱਲਬਾਤ ਕਰਾਂਗੇ ਕਿ ਆਖਿਰ ਐਡਾ ਵੱਡਾ ਸਟੈਪ ਜਿਹੜਾ ਲਿਆ ਗਿਆ। ਡਾਕਟਰ ਰਾਘਵ, ਪਹਿਲਾ ਸਵਾਲ ਇਹੀ ਹੈ ਕਿ ਜੋ ਵਿਦਿਆਰਥੀ ਨੇ ਕੀਤਾ ਉਸ ਦੇ ਪਿੱਛੇ ਕੀ ਕਾਰਨ ਜਿਹੜੇ ਰਹੇ ਹੋਣਗੇ, ਜਾਂ ਐਡਾ ਵੱਡਾ ਸਟੈਪ ਜੇ ਕੋਈ ਵਿਦਿਆਰਥੀ ਚੁੱਕਦਾ ਹੈ ਤਾਂ ਇਹਦੇ ਪਿੱਛੇ ਕੀ ਕਾਰਨ ਰਿਹਾ ਹੈ? ਦੇਖੋ, ਹਜੇ ਮੈਟਰ ਦੇ ਆਪਾਂ ਡੈਪਥ 'ਚ ਨਹੀਂ ਗਏ, ਲੇਕਿਨ ਇਹ 'ਚ ਜਿਹੜਾ ਕਈ ਕਾਰਨ ਹੋ ਸਕਦੇ ਆ, ਉਹਨਾਂ 'ਚੋਂ ਇੱਕ ਮੇਨ ਹੈਗਾ ਕਿ ਆਪਾਂ ਨੂੰ ਅੰਡਰਲਾਈਂਗ ਉਹਦੇ ਕਾਜ਼ ਲੱਭਣੇ, ਜਿੱਦਾਂ ਕਿ ਉਹਦੇ ਅੰਦਰ ਕੋਈ ਸਟ੍ਰੈਸ ਸੀਗਾ। ਕਿਉਂਕਿ ਸੁਸਾਈਡ 'ਚ ਆਹੀ ਦੇਖਿਆ ਗਿਆ ਹੈ ਕਿ ਜਿਹੜਾ ਸੁਸਾਈਡ ਬੰਦੇ ਕਰਦੇ ਨੇ 80 to 85% 'ਚ ਡਾਇਗਨੋਸਡ ਮੈਂਟਲ ਹੈਲਥ ਡਿਸਆਰਡਰ ਸੀਗਾ ਜੀ। ਤੇ ਉਸ ਨੂੰ ਆਇਡੈਂਟੀਫਾਈ ਕਰਨਾ ਬਹੁਤ ਜ਼ਰੂਰੀ ਹੈ। ਉਹ ਕਈ ਤਰੀਕਾਂ ਨਾਲ ਹੋ ਸਕਦਾ ਹੈ ਕਿ ਆਪਾਂ ਜਿਹੜੇ ਵਾਰਨਿੰਗ ਸਾਈਨਸ ਹੈਗੇ ਆ ਉਹਨਾਂ ਨੂੰ ਆਇਡੈਂਟੀਫਾਈ ਕਰੀਏ, ਚਾਹੇ ਪੇਰੈਂਟਸ ਹੋਣ, ਚਾਹੇ ਸਕੂਲ ਹੋਏ, ਚਾਹੇ ਦੋਸਤ ਹੋਏ, ਉਸ ਚੀਜ਼ਾਂ ਨੂੰ ਆਇਡੈਂਟੀਫਾਈ ਕਰਨਾ ਬਹੁਤ ਜ਼ਰੂਰੀ ਹੈ। ਬਾਕੀ ਬੱਚਿਆਂ ਨੂੰ ਜਿੱਦਾਂ ਅਗਰ ਹੈਰਾਸ ਹੋਇਆ ਹੈ ਤਾਂ ਕਿਉਂ ਹੋਇਆ ਹੈ, ਕਿ ਟੀਚਰ ਦੀ ਮੈਂਟਲ ਹੈਲਥ ਠੀਕ ਸੀਗੀ ਜਾਂ ਹੋਰ ਕੋਈ ਕਾਰਨ ਰਹੇ ਹੈ, ਉਹਨਾਂ ਨੂੰ ਲੱਭਣਾ ਬਹੁਤ ਜ਼ਰੂਰੀ ਹੈ। ਇਹ ਡਾਕਟਰ ਸਾਹਿਬ, ਜਿਹੜੇ ਬੱਚੇ ਸੈਂਸਿਟਿਵ ਨੇ, ਜਿਵੇਂ ਤੁਸੀਂ ਵੀ ਕਿਹਾ ਕਿ ਬੱਚੇ ਜ਼ਿਆਦਾ ਸੈਂਸਿਟਿਵ ਨੇ, ਧਨੰਜੇ ਵੀ ਸ਼ਾਇਦ ਉਹਨਾਂ ਦੇ ਵਿੱਚੋਂ ਇੱਕ ਸੀ, ਬਰਦਾਸ਼ਤ ਨਹੀਂ ਕਰ ਸਕਿਆ। ਹਾਲਾਂਕਿ ਬਹੁਤ ਸਾਰੇ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਜਿੰਨਾ ਕੁਝ ਮਰਜ਼ੀ ਹੋ ਜਾਵੇ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਹੈਗੇ। ਇਹ ਪਾਲਣ ਪੋਸ਼ਣ ਦੇ ਵਿੱਚ ਕੀ ਫਰਕ ਰਹਿ ਗਿਆ? ਤੇ ਦੂਜਾ ਇਹ ਵੀ ਹੈ ਕਿ ਉਹਨੇ ਗੱਲ ਪਹਿਲੀ ਵਾਰੀ ਤਾਂ ਕੋਈ ਟੌਰਚਰ ਨਹੀਂ ਹੋਇਆ ਹੋਣਾ, ਹੋ ਸਕਦਾ ਉਹ ਪਹਿਲਾਂ ਵੀ 10 ਵਾਰ ਹੋਇਆ ਹੋਵੇ, ਉਹਨੇ ਗੱਲ ਸ਼ੇਅਰ ਨਹੀਂ ਕੀਤੀ ਮਾਪਿਆਂ ਨਾਲ, ਜਾਂ ਮਾਪਿਆਂ ਨੇ ਧਿਆਨ ਨਹੀਂ ਦਿੱਤਾ, ਜਾਂ ਅਕਸਰ ਮਾਪੇ ਬੱਚਿਆਂ ਦੇ ਨਾਲ ਵਾਰਤਾਲਾਪ ਨਹੀਂ ਹੁੰਦੀ। ਸਾਡੇ ਇਹ ਜਿੱਦਾਂ ਹੁਣ ਆਪਾਂ ਹੋਰ ਐਡਵਾਂਸ ਕਰੀ ਜਾਂਦੇ ਲਾਈਫ 'ਚ, ਸਾਡੇ ਕੋਪਿੰਗ ਮੈਕੈਨਿਜ਼ਮ ਵੀਕ ਹੋ ਚੁੱਕੇ ਨੇ ਕਿ ਆਪਾਂ ਸਟ੍ਰੈਸ ਨੂੰ ਕਿੱਦਾਂ ਝੇਲਣਾ ਹੈਗਾ। ਸਾਡੀ ਫੈਮਿਲੀਜ਼ ਨਿਊਕਲੀਅਰ ਹੋਈ ਜਾਂਦੀਆਂ, ਸਾਨੂੰ ਛੋਟੇ ਹੁੰਦੇ ਤੇ ਹੁਣ ਓਵਰ ਪ੍ਰੋਟੈਕਟਿਵ ਰੱਖਿਆ ਜਾਂਦਾ ਹੈ ਕਿ ਹਾਏ ਮੁੰਡਾ ਬੱਚਾ ਡਿੱਗ ਨਾ ਜਾਏ, ਆ ਨਾ ਹੋ ਜਾਏ। ਪਹਿਲਾਂ ਪਰਿਵਾਰ ਹੁੰਦੇ ਸੀ ਵੱਡੇ ਵੱਡੇ, ਇੰਨਾ ਪਰਵਾਹ ਨਹੀਂ ਕੀਤੀ ਜਾਂਦੀ ਸੀ। ਓਵਰ ਪੈਂਪਰਿੰਗ ਹੋ ਰਹੀ ਹੈਗੀ ਹੈ, ਜਿਹੜੀ ਚੀਜ਼ ਬਿਲਕੁਲ ਗਲਤ ਹੈਗੀ ਆ। ਉਹਨੂੰ ਸੋਸਾਇਟੀ 'ਚ ਰਹਿਣਾ ਹੀ ਨਹੀਂ ਆਇਆ, ਨਾ ਫੈਮਿਲੀਜ਼ ਨੇ ਸਿਖਾਇਆ, ਨਾ ਸਕੂਲ ਨੇ ਸਿਖਾਇਆ। ਮੋਰਲ ਐਜੂਕੇਸ਼ਨ ਵਗੈਰਾ ਖਤਮ ਹੋ ਚੁੱਕੀ ਹੈ, ਬਸ ਕਿਤਾਬੀ ਕੀੜੇ ਅਸੀਂ ਬਣਾਈ ਜਾਂਦੇ ਆ। ਸੋਸਾਇਟੀ 'ਚ ਸਰਵਾਈਵ ਕਿੱਦਾਂ ਕਰਨਾ ਹੈ, ਸਟ੍ਰੈਸ ਨੂੰ ਝੇਲਣਾ ਕਿੱਦਾਂ ਹੈਗਾ, ਉਹ ਕੋਈ ਸਿਖਾਉਂਦਾ ਹੀ ਨਹੀਂ, ਨਾ ਉੱਤੇ ਕੋਈ ਗੱਲ ਕਰਨਾ ਚਾਹੁੰਦਾ। ਅਗਰ ਡਿਪਰੈਸ਼ਨ ਜਾਂ ਕੋਈ ਅੰਡਰਲਾਈਂਗ ਬਿਮਾਰੀ ਦੀ ਹੈ, ਏਦਾਂ ਗੱਲ ਕਰਨਾ ਹੀ ਨਹੀਂ ਚਾਹੁੰਦੇ। ਆਪਾਂ ਫਿਜ਼ੀਕਲ ਹੈਲਥ ਨੂੰ ਹੀ ਧਿਆਨ ਦੇਈ ਜਾਂਦੇ ਹਾਂ ਕਿ ਅਗਰ ਬੱਚਾ ਹੁਣ ਮੈਂਟਲ ਹੈਲਥ ਵਰਡ ਯੂਜ਼ ਕਰ ਰਿਹਾ, ਨਹੀਂ ਏਦਾਂ ਨਹੀਂ ਕਹਿਣਾ। ਹੁਣ ਅਸੀਂ ਵੀ ਆਪਣੀ ਪ੍ਰੈਕਟਿਸ 'ਚ ਦੇਖਿਆ ਕਿ ਪੇਰੈਂਟ ਛੁਪਾ ਕੇ ਲੈ ਕੇ ਆਉਂਦੇ ਬੱਚੇ ਨੂੰ ਕਿ ਪਤਾ ਨਾ ਲੱਗ ਜਾਏ ਸੋਸਾਇਟੀ ਨੂੰ। ਕੋਈ ਲੇਬਲ ਨਹੀਂ ਹੋਣਾ ਚਾਹੁੰਦਾ ਕਿ ਮੈਨੂੰ ਮੈਂਟਲ ਹੈਲਥ ਡਿਸਆਰਡਰ ਹੈਗਾ। ਬਿਲਕੁਲ, ਤੇ ਇੱਕ ਬਹੁਤ ਵੱਡਾ ਕਾਰਨ ਹੈਗਾ ਇਹ। ਉਹ ਮੰਨਣਾ ਨਹੀਂ ਚਾਹੁੰਦੇ ਕਿ ਸਾਨੂੰ ਇਸ ਤਰ੍ਹਾਂ ਦਾ ਹੈ। ਬਿਲਕੁਲ, ਹਜੇ ਵੀ ਇਹੀ ਹਾਲ ਹੈ ਕਿ ਜਿਹੜੇ 100% ਮਤਲਬ ਆਪਾਂ ਕਹੀਏ ਕਿ ਮੈਂਟਲ ਹੈਲਥ ਹੈਗਾ, ਉਹ 'ਚ ਸਿਰਫ 20% ਹੀ ਲੋਕੀ ਇਲਾਜ ਲੈ ਰਹੇ ਹੈ, ਜਾਂ ਉਹਨਾਂ ਨੂੰ ਪਤਾ ਹੈਗਾ ਕਿ ਸਾਨੂੰ ਇਹ ਡਿਸਆਰਡਰ ਹੈ। 80 ਲੋਕਾਂ ਇਲਾਜ ਹੀ ਨਹੀਂ ਲੈ ਰਹੇ, ਜਾਂ ਉਹ ਲੇਬਲ ਹੀ ਨਹੀਂ ਹੋਣਾ ਚਾਹੁੰਦੇ। ਤੇ ਇੱਕ ਬਹੁਤ ਵੱਡਾ ਕਾਰਨ ਹੈ ਕਿ ਇਹ ਚੀਜ਼ਾਂ ਨੂੰ ਆਇਡੈਂਟੀਫਾਈ ਕਰਨਾ, ਔਰ ਅਗਰ ਇੱਕ ਆਪਾਂ ਜਾਈਏ ਸਾਹਮਣੇ ਆਪਣੇ, ਸਾਨੂੰ ਹੈਲਪ ਮਿਲੂਗੀ। ਕਿਉਂਕਿ ਡਾਕਟਰ ਸਾਹਿਬ ਅਸੀਂ ਇੱਕ ਦੋ ਐਗਜ਼ਾਮਪਲ ਹੋਰ ਵੀ ਦੇਖੀਆਂ। ਇੱਕ ਸਕੂਲ ਸੀਗਾ ਸਾਡੇ ਸਾਹਮਣੇ, ਖਬਰ ਆਈ ਤਲਵੰਡੀ ਸਾਬੋ ਤੋਂ, ਕਿ ਟੀਚਰ ਨੇ ਕੁੱਟਿਆ, ਉਹਦੇ ਤੇ ਕੰਨ ਦੇ ਥੱਪੜ ਮਾਰਿਆ ਤਾਂ ਪਰਦਾ ਫਟ ਗਿਆ। ਜਾਂ ਇੱਕ ਪਿੱਛੇ ਜੇ 9ਵੀਂ ਕਲਾਸ ਦੀ ਵਿਦਿਆਰਥਣ ਜਲੰਧਰ ਦੇ ਵਿੱਚ, ਉਹਨੇ ਕਿਹਾ ਕਿ ਮੇਰੇ ਇੱਕ ਟੀਚਰ ਸੀਗੇ, ਮੈਨੂੰ ਬਹੁਤ ਜ਼ਿਆਦਾ ਉਹ ਹਰਾਸ ਕਰਦੇ ਸੀਗੇ, ਜਾਂ ਉਹਨਾਂ ਦੀ ਕੋਈ ਹੋਰ ਮਨਸ਼ਾ ਸੀਗੀ, ਉਹਨੂੰ ਤੰਗ ਪਰੇਸ਼ਾਨ ਕਰਦੇ ਸੀਗੇ, ਉਹਨੇ ਵੀ ਘਰੇ ਆ ਕੇ ਸੁਸਾਈਡ ਕਰ ਲਈ। ਉਹਦੇ ਮਾਪੇ ਕਹਿੰਦੇ ਕਿ ਉਹਨਾਂ ਨੇ ਸਾਨੂੰ ਦੱਸਿਆ ਹੀ ਨਹੀਂ ਬੱਚਿਆਂ ਨੇ। ਇਹਦੇ ਵਿੱਚ ਵੀ ਇਹੀ ਹੈ, ਜ਼ਿਆਦਾ ਬੱਚਿਆਂ ਨੇ ਗੱਲ ਹੀ ਨਹੀਂ ਕੀਤੀ ਮਤਲਬ ਮਾਪਿਆਂ ਦੇ ਨਾਲ। ਦੇਖੋ, ਸਭ ਤੋਂ ਪਹਿਲਾਂ ਫਿਜ਼ੀਕਲ ਵਾਇਲੈਂਸ ਤਾਂ ਬਹੁਤ ਹੀ ਗਲਤ ਹੈ, ਜਾਂ ਦੂਜਾ ਵੀ ਹੋਏ, ਅਗਰ ਹਾਂ ਕਿਸੇ ਨੇ ਹੱਥ ਚੱਕਿਆ ਤਾਂ ਬਹੁਤ ਹੀ ਵੱਡੀ ਗਲਤ ਗੱਲ ਹੈਗੀ ਹੈ। ਬਾਕੀ
ਸੁਸਾਈਡ ਬੱਚਾ ਸਾਹਮਣੇ ਆ ਕੇ ਇਹ ਨਹੀਂ ਦੱਸੂਗਾ ਕਿ ਹਾਂ ਮੈਨੂੰ ਸੁਸਾਈਡ ਕਰਨ ਦਾ ਮਨ ਕਰ ਰਿਹਾ ਹੈ, ਉਹ ਤੁਹਾਨੂੰ ਵਾਰਨਿੰਗ ਸਾਈਨਸ ਦਊਗਾ। ਉਹ ਕਿਵੇਂ ਦੇ ਹੋਣਗੇ? ਹਾਂ, ਵਾਰਨਿੰਗ ਸਾਈਨਸ ਹੁੰਦੇ ਅਗਰ ਤੁਸੀਂ ਦੇਖੋਗੇ ਬੱਚਾ ਕੱਲਾ ਕੱਲਾ ਰਹਿਣ ਲੱਗ ਗਿਆ ਹੈ, ਉਹਦੇ ਵਿਵਹਾਰ 'ਚ ਇੱਕਦਮ ਡਰਾਸਟਿਕ ਚੇਂਜ ਆ ਗਿਆ ਹੈਗਾ, ਜਾਂ ਪੜ੍ਹਾਈ 'ਚ ਬੱਚਾ ਬਹੁਤ ਵਧੀਆ ਸੀਗਾ ਇੱਕਦਮ ਦੇਖੋਗੇ ਉਹਦੀ ਆਊਟਪੁੱਟ ਖਤਮ ਹੋ ਗਈ ਹੈ, ਜਾਂ ਹੋਰ ਉਹ 'ਚ ਕੋਈ ਐਡਿਕਸ਼ਨ ਵਾਲੇ ਪਾਸੇ ਜਾ ਰਿਹਾ ਹੈ, ਜਾਂ ਹੋਰ ਕਈ ਵਾਰ ਬੱਚਾ ਗੱਲ 'ਚ ਇਦਾਂ ਕਹਿ ਦਿੰਦਾ ਹੈ ਕਿ ਇਹ ਤੋਂ ਅੱਛਾ ਤਾਂ ਮੈਂ ਜਿੰਦਾ ਹੀ ਨਾ ਜਾਂ ਮੈਂ ਪੈਦਾ ਹੀ ਨਾ ਹੁੰਦਾ। ਕਈ ਵਾਰਨਿੰਗ ਸਾਈਨਸ ਹੁੰਦੇ ਨੇ, ਉਹਨੂੰ ਆਇਡੈਂਟੀਫਾਈ ਕਰਨਾ ਜ਼ਰੂਰੀ ਹੈ। ਉਹ ਡੇਲੀ ਲਾਈਫ 'ਚ ਸਾਨੂੰ ਗੱਲਬਾਤ ਕਰਕੇ ਆਇਡੈਂਟੀਫਾਈ ਹੋ ਜਾਂਦਾ ਹੈ। ਈਵਨ ਡੇਟਾ ਵੀ ਇਹੀ ਕਹਿੰਦਾ ਹੈ ਕਿ ਜਿਹੜੀ ਵੀ ਸੁਸਾਈਡ ਹੁੰਦੀ ਹੈ ਤੇ ਉਹ ਤੋਂ 10 ਜਾਂ 15 ਵਾਰ ਬੱਚੇ ਜਾਂ ਕਿਸੇ ਬੰਦੇ ਨੇ ਉਹ ਵਾਰਨਿੰਗ ਸਾਈਨਸ ਦਿੱਤੇ ਹੁੰਦੇ ਆ ਜਿਹਨੂੰ ਅਸੀਂ ਆਇਡੈਂਟੀਫਾਈ ਕਰ ਨਹੀਂ ਪਾਉਂਦੇ ਜਾਂ ਕਰ ਨਹੀਂ ਔਜਲਾ ਸਾਹਿਬ ਥੋੜਾ ਜਿਹਾ ਪਿੱਛੇ ਚੱਲੀਏ, ਅੱਜ ਤੋਂ 10 15 20 ਸਾਲ ਦੀ ਪਹਿਲਾਂ ਦੀ ਗੱਲ ਕਰਦੇ ਹਾਂ, ਜਦੋਂ ਤਾਂ ਅਸੀਂ ਦੇਖਦੇ ਹਾਂ ਕਿ ਅਧਿਆਪਕ ਕੁੱਟਦੇ ਵੀ ਸੀਗੇ ਤੇ ਉਸ ਤੋਂ ਪਹਿਲਾਂ ਹੋਰ ਜ਼ਿਆਦਾ ਕੁੱਟਦੇ ਸੀਗੇ। ਕੋਈ ਮਤਲਬ ਇਹਦੇ ਵਿੱਚ ਗਲਤ ਨਹੀਂ ਸੀ ਲੱਗਦਾ, ਮਾਪੇ ਆਪ ਕਹਿੰਦੇ ਸੀਗੇ ਕਿ ਚੰਗੀ ਤਰ੍ਹਾਂ ਬੰਦਾ ਬਣਾਓ ਇਹਨੂੰ ਕੁੱਟ ਕੇ। ਅੱਜ ਦਾ ਟ੍ਰੈਂਡ ਥੋੜਾ ਵੱਖਰਾ ਹੈ, ਜੇ ਕਿਤੇ ਕੋਈ ਥੱਪੜ ਮਾਰਦਾ ਵੀ ਅਧਿਆਪਕ ਤਾਂ ਮਾਪੇ ਤੁਰੰਤ ਸਕੂਲ 'ਚ ਪਹੁੰਚ ਜਾਂਦੇ ਨੇ, ਸਾਡੇ ਕੋਲ ਵੀ ਖਬਰਾਂ ਆਉਂਦੀਆਂ ਨੇ, ਪਰਚੇ ਤੱਕ ਹੋ ਜਾਂਦੇ ਨੇ। ਇਹ ਦੋਨੇ ਚੀਜ਼ਾਂ ਨੂੰ ਕਿਵੇਂ ਫਰਕ ਕੀ ਹੈ, ਡਿਫਰੈਂਸ਼ੀਏਟ? ਵੈਸੇ ਉਦੋਂ ਨਾ ਇਹ ਤਾਂ ਜਦ ਦੱਸਿਆ ਵੀ ਜੁਆਇੰਟ ਫੈਮਿਲੀ ਸੀਗੀਆਂ ਤੇ ਲੋਕ ਅਜੇ ਕੋਈ ਬਾਲੇ ਪੜ੍ਹਦੇ ਨਹੀਂ ਸੀਗੇ, ਜਿਹੜੇ ਪੜ੍ਹਦੇ ਸੀ ਉਹਨੂੰ ਲੱਗਦਾ ਵੀ ਜਿਹੜਾ ਮੁੰਡਾ ਪੜ੍ਹਦਾ ਇਹਨੂੰ ਭਾਈ ਤੁਸੀਂ ਪੜ੍ਹਾਓ, ਜਿਵੇਂ ਮਰਜ਼ੀ ਪੜ੍ਹਾਓ। ਤੁਸੀਂ ਕਿਉਂਕਿ ਆਪ ਪ੍ਰੋਫੈਸਰ ਵੀ ਰਹੇ ਹੋ, ਸਾਡੇ ਵੀ ਕੁੱਟ ਪੈਂਦੀ ਰਹੀ ਹੈ, ਤੁਸੀਂ ਆਪ ਤੇ ਸਾਨੂੰ ਕਦੇ ਵੀ ਘਰੇ ਜਾ ਕੇ ਦੱਸਾਂਗੇ ਤਾਂ ਹੋਰ ਕੁੱਟ ਪਊਗੀ। ਸੋ ਇਹ ਮਾਂ ਪਿਓ ਦਾ ਵੀ ਸਿਸਟਮ ਜਿਹੜਾ ਨਾ, ਉਦੋਂ 3-3 4-4 ਬੱਚੇ ਆ, ਹੁਣ ਇੱਕ ਬੱਚਾ, ਉਹ ਸਾਰਾ ਹੀ ਜਿਹੜੀ ਹੈ ਨਾ ਕਨਸੈਂਟਰੇਸ਼ਨ ਉਹਦੇ ਤੇ ਹੀ ਹੈ। ਸੋ ਬੜੇ ਲਾਡਲੇ ਹੋ ਗਏ ਬੱਚੇ, ਪੈਂਪਰਡ ਹੋ ਗਏ, ਪ੍ਰੋਟੈਕਟਡ ਹੋ ਗਏ। ਉਹਦੇ 'ਚ ਕਰਕੇ ਜਦੋਂ ਕੋਈ ਬੱਚੇ ਨੂੰ ਮਾੜਾ ਮੋਟਾ ਤਕਲੀਫ ਹੁੰਦੀ ਹੈ ਤਾਂ ਉਹ ਘਰੇ ਆ ਕੇ ਦੱਸਦੇ ਆ, ਘਰ ਦੇ ਸਕੂਲ ਚਲੇ ਜਾਂਦੇ ਆ। ਸੋ ਇੱਕ ਮਾਹੌਲ ਜਿਹੜਾ ਉਹ ਪਹਿਲਾਂ ਨਾਲੋਂ ਬਹੁਤ ਫਰਕ ਪੈ ਗਿਆ। ਇਹ ਕੋਈ ਬੜੀ ਹੈਲਦੀ ਟ੍ਰੈਂਡ ਨਹੀਂ ਹੈ, ਬੱਚੇ ਨੂੰ ਘੂਰਨਾ ਵੀ ਚਾਹੀਦਾ, ਇਹ ਨਹੀਂ ਬੱਚੇ ਨੂੰ ਘੂਰੋ ਹੀ ਨਾ, ਹਾਂ, ਪਰ ਉਹ ਘੂਰ ਦਾ ਤਰੀਕਾ ਜਿਹੜਾ ਹੈਗਾ ਉਹ ਵਾਇਲੈਂਸ ਵਾਲਾ ਨਹੀਂ ਚਾਹੀਦਾ। ਉਹਦੀ ਸਾਈਕੋਲੋਜੀਕਲ ਜਿਹੜੀ ਹੈ ਨਾ ਟ੍ਰੀਟਮੈਂਟ ਚਾਹੀਦੀ ਹੈ। ਉਹ ਦੇਖਿਆ ਵੀ ਬੱਚੇ ਦੀਆਂ ਕਿਹੋ ਜਿਹਾ ਬੱਚਾ ਹੈਗਾ। ਵੈਸੇ ਸਕੂਲਾਂ ਦੇ ਵਿੱਚ ਮੈਂ ਦੇਖਿਆ ਨਾ ਬਹੁਤ ਘਾਟ ਹੈ, ਇਹ ਇਹਨਾਂ ਨੂੰ ਜ਼ਿਆਦਾ ਪਤਾ ਹੋਊਗਾ। ਸਕੂਲਾਂ ਦੇ ਵਿੱਚ ਕੋਈ ਕਾਉਂਸਲਿੰਗ ਦਾ ਸੈਂਟਰ ਹੀ ਨਹੀਂ ਹੈਗਾ ਵੀ ਬੱਚਿਆਂ ਦੀਆਂ ਜੇ ਕੋਈ ਪ੍ਰੋਬਲਮ ਹੈਗੀਆਂ, ਕੋਈ ਬਿਹੇਵੀਅਰ ਠੀਕ ਨਹੀਂ ਹੈ ਬੱਚੇ ਦਾ, ਕੋਈ ਬੱਚਾ ਵਾਇਲੈਂਟ ਜ਼ਿਆਦਾ ਹੋ ਜਾਂਦਾ, ਉਹਨੂੰ ਕਿਵੇਂ ਠੀਕ ਕਰਨਾ। ਸੋ ਇਹ ਕਾਉਂਸਲਰ ਹੋਣੇ ਚਾਹੀਦੇ ਜਿਹੜੇ ਸਾਈਕੋਲੋਜੀਕਲੀ ਬੱਚਿਆਂ ਨੂੰ ਦੇਖਣ, ਟ੍ਰੀਟ ਕਰਨ। ਸੋ ਉਦੋਂ ਹੀ ਪਤਾ ਲੱਗਦਾ ਜਦੋਂ ਇਹ ਜਿਹੀ ਘਟਨਾ ਹੋ ਜਾਂਦੀ ਹੈ। ਹੁਣ ਸਾਰੇ ਸੋਚ ਰਹੇ ਹੋਣਗੇ, ਹਾਂ, ਹੁਣ ਵੀ ਆਇਆ ਹੁੰਦਾ। ਸੋ ਇਹ ਚਾਹੀਦਾ ਸਕੂਲਾਂ ਵਾਲਿਆਂ ਨੂੰ ਜਾਂ CBSE ਜਿਹਨੇ ਬੋਰਡ ਹੈਗੇ ਆ ਵੀ ਇੱਕ ਕਾਉਂਸਲਰ ਦੀ ਜਿਹੜੀ ਹੈ ਹਰ ਸਕੂਲ, ਹਾਂ, ਇੱਕ ਤਾਂ ਇਹ ਸਕੂਲ ਦੇ ਵਿੱਚ ਕਾਉਂਸਲਰ ਹੋਵੇ। ਜਦੋਂ ਕੋਈ ਬੱਚੇ ਦਾ ਲੱਗਦਾ ਵੀ ਇਹਦਾ ਬਿਹੇਵੀਅਰ ਅਬਨੋਰਮਲ ਹੈ, ਜ਼ਰੂਰੀ ਨਹੀਂ ਵੀ ਉਹ ਕੋਈ ਇਹੋ ਜਿਹੀ ਘਟਨਾ ਕਰੇ, ਟੀਚਰ ਨੋਟ ਕਰਦਾ ਵੀ ਇਹਦੀ ਪੜ੍ਹਾਈ 'ਚ ਕੰਸਨਟ੍ਰੇਸ਼ਨ ਨਹੀਂ ਹੈਗੀ, ਜਾਂ ਇਹ ਬੱਚਿਆਂ ਨਾਲ ਲੜਦਾ ਜ਼ਿਆਦਾ ਹੈ, ਜਾਂ ਇਹਦਾ ਕੋਈ ਮਤਲਬ ਡਿਸਿਪਲਿਨ ਠੀਕ ਨਹੀਂ ਹੈਗਾ, ਉਹ ਕਾਉਂਸਲਰ ਕੋਲੇ ਭੇਜੇ, ਕਾਉਂਸਲਰ ਦੇਖੇ ਵੀ ਇਹਨੂੰ ਕੀ ਪ੍ਰੋਬਲਮ ਹੈ। ਇੱਕ ਦੂਜੇ ਟੀਚਰਾਂ ਦੀ ਵੀ ਜਿਹੜੀ ਨਾ ਮੈਂਟਲ ਹੈਲਥ ਦਾ ਟੈਸਟ ਹੋਣਾ ਚਾਹੀਦਾ। ਟੀਚਰ ਵੀ ਮੈਂ ਦੇਖਿਆ ਬਹੁਤ ਸਾਰੇ ਟੀਚਰ ਜਿਹੜੇ ਆ ਉਹ ਮੈਂਟਲੀ ਅਨਸਾਊਂਡ ਹੈ। ਅਨਸਾਊਂਡ ਜਿਹੜਾ ਟੀਚਰ ਹੈ ਉਹ ਕੋਈ ਬੱਚੇ ਨੂੰ ਤਾਂ ਪੜ੍ਹਾ ਹੀ ਨਹੀਂ ਸਕਦੇ, ਉਹ ਚਾਹੇ ਜਿੰਨੇ ਮਰਜ਼ੀ ਸਬਜੈਕਟ ਆਉਂਦਾ ਹੋਵੇ। ਸਬਜੈਕਟ ਆਉਣਾ ਹੋਰ ਗੱਲ ਆ, ਬੱਚਿਆਂ ਨੂੰ ਪਿਆਰ ਨਾਲ ਪੜਾਉਣਾ। ਅੱਛਾ, ਕਈ ਅਸੀਂ ਦੇਖਦੇ ਹਾਂ, ਕਿਉਂਕਿ ਅਸੀਂ ਖੁਦ ਵੀ ਪੜ੍ਹੇ, ਕਿਸੇ ਟੀਚਰ ਦੇ ਆਏ ਤੋਂ ਤਾਂ ਵਿਦਿਆਰਥੀ ਬਹੁਤ ਖੁਸ਼ ਹੋ ਜਾਂਦੇ ਨੇ ਕਿ ਸਾਡਾ ਟੀਚਰ ਆਇਆ ਤੇ ਸਾਨੂੰ ਪੜਾਉਣ ਖੁਸ਼ੀ ਹੁੰਦੀ ਹੈ। ਕਿਸੇ ਟੀਚਰ ਦੀ ਛੁੱਟੀ ਤੋਂ ਖੁਸ਼ ਹੋ ਜਾਂਦੇ ਨੇ ਕਿ ਇਹ ਟੀਚਰ ਨਹੀਂ। ਦੇਖੋ, ਟੀਚਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਕਈ ਟੀਚਰ ਤਾਂ ਪੜ੍ਹਾਉਂਦੇ ਵੀ ਆ ਤੇ ਸਾਨੂੰ ਬੱਚਿਆਂ ਨੂੰ ਲੱਗਦਾ ਵੀ ਹੈ ਵੀ ਅਸੀਂ ਕੋਈ ਪੜ੍ਹ ਰਹੇ ਹਾਂ, ਤੇ ਕਈ ਪੜ੍ਹਾਉਂਦੇ ਘੱਟ ਆ ਤੇ ਡਰਾਉਂਦੇ ਜ਼ਿਆਦਾ ਆ। ਉਹ ਡਰਾਉਣ ਵਾਲੇ ਟੀਚਰ ਆ, ਫਿਰ ਉਹਨਾਂ ਦਾ ਆਹੀ ਹੁੰਦਾ ਵੀ ਛੁੱਟੀ ਹੋ ਗਈ ਤਾਂ ਬੱਚੇ ਬਾਅਦ ਚੋਂ ਕਈ ਵਾਰੀ ਕਿਹਾ ਜਾਂਦਾ ਕਿ ਜਿਹੜੇ ਡਰਾਉਂਦੇ ਸੀਗੇ ਉਹਨਾਂ ਦਾ ਸਬਜੈਕਟ ਕਈ ਵਾਰ ਜ਼ਿਆਦਾ ਪੜ੍ਹਦੇ ਨੇ ਬੱਚੇ, ਡਰ ਕੇ ਪੜ੍ਹਦੇ ਨੇ। ਨਹੀਂ, ਡਰ ਕੇ ਨਹੀਂ ਕੋਈ ਪੜ੍ਹਦਾ ਬੱਚਾ, ਇਹ ਵਹਿਮ ਹੀ ਹੁੰਦਾ। ਤੁਸੀਂ ਬੱਚਿਆਂ ਦੀ ਦਿਲਚਸਪੀ ਪੈਦਾ ਕਰ ਦਿਓ। ਸਬਜੈਕਟ ਕੋਈ ਔਖਾ ਨਹੀਂ, ਕੋਈ ਸੌਖਾ ਨਹੀਂ, ਉਹੀ ਸਬਜੈਕਟ ਔਖਾ ਜਿਹਦਾ ਟੀਚਰ ਪੜ੍ਹਾਉਣ ਨੂੰ ਮਾੜਾ ਹੈਗਾ। ਸੋ ਟੀਚਰਾਂ ਦੀਆਂ ਜਿਹੜੀਆਂ ਸਕਿੱਲਸ ਹੈ ਨਾ, ਟੀਚਿੰਗ ਸਕਿੱਲਸ, ਇਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ। ਸਭ ਟੀਚਰ ਰੱਖਣ ਲੱਗੇ ਕਿਹੜੀਆਂ ਗੱਲਾਂ ਦਾ ਖਿਆਲ ਜਿਹੜਾ ਰੱਖਣਾ ਚਾਹੀਦਾ? ਕਿ ਉਹਨਾਂ ਦਾ ਮੈਂਟਲ ਹੈਲਥ ਦੇਖੀ ਜਾਂਦੀ ਹੈ, ਜਾਂ ਉਹਨਾਂ ਦੀ ਬੈਕਗ੍ਰਾਉਂਡ ਦੇਖੀ ਜਾਂਦੀ ਹੈ, ਜਾਂ ਕਿਵੇਂ, ਜਾਂ ਸਿਰਫ ਉਹਨਾਂ ਦੀ ਕੁਆਲੀਫਿਕੇਸ਼ਨ ਦੇਖ ਕੇ ਤੇ ਤਨਖਾਹ ਦੇਖ ਕੇ ਕਿ ਕਿੰਨੀ ਕੁਝ ਘੱਟ ਸਰਦਾ, ਪ੍ਰੋਫਿਟ ਜ਼ਿਆਦਾ ਹੋ ਜਾਵੇ, ਇਸ ਤਰ੍ਹਾਂ ਦਾ ਬਹੁਤ ਹੁੰਦਾ? ਨਹੀਂ, ਮੈਂ ਐਪਰੀਸ਼ੀਏਟ ਕਰਦਾ ਔਜਲਾ ਜੀ ਨਾਲ। ਉਹਨਾਂ ਦਾ ਸਾਰਾ ਸਿਸਟਮ ਪਹਿਲਾਂ ਦੇਖਣਾ ਚਾਹੀਦਾ, ਕਿਸ ਤਰ੍ਹਾਂ ਦੀ ਉਹਨਾਂ ਦੀ ਸੋਚ ਹੈ, ਕਿਸ ਤਰ੍ਹਾਂ ਹੈਂਡਲ ਕਰਨ ਦਾ ਤਰੀਕਾ ਹੈ, ਉਸ ਤੋਂ ਬਾਅਦ ਕੁਆਲੀਫਿਕੇਸ਼ਨ ਨੂੰ ਚੈੱਕ ਕਰਨਾ ਚਾਹੀਦਾ। ਸਕੂਲ ਦੇ ਵਿੱਚ ਮਸਟ ਹੈ ਜੀ, ਜਿਹੜੀ ਅਵੇਅਰਨੈਸ ਹੈ ਕਾਉਂਸਲਿੰਗ, ਉਹ ਹੋਣੀ ਚਾਹੀਦੀ ਹੈ। ਬੱਚਿਆਂ ਦੀ ਵੀ ਹੋਣੀ ਚਾਹੀਦੀ ਔਰ ਟੀਚਰ ਦੀ ਵੀ ਹੋਣੀ ਚਾਹੀਦੀ। ਹੁਣ ਆਪਾਂ ਇੱਕ ਗੱਲ ਕਰਦੇ ਹਾਂ ਵੀ ਬੱਚਿਆਂ ਨੂੰ ਪਿਆਰ ਦੇ ਨਾਲ ਪੜ੍ਹਾਇਆ ਜਾਵੇ ਜੀ। ਕਿਸੇ ਵੀ ਵਿਅਕਤੀ ਨੂੰ ਜ਼ਿਆਦਾ ਦੇਰ ਢਾਹ ਕੇ ਦਵਾਈ ਨਹੀਂ ਦਿੱਤੀ ਜਾ ਸਕਦੀ। ਉਸ ਨੂੰ ਆਰਾਮ ਕਰਨ ਦੇ ਲਈ, ਹੀਲਿੰਗ ਕਰਨ ਦੇ ਲਈ ਸਿਸਟਮ ਬਣਾਉਣਾ ਪੈਣਾ, ਉਹਨੂੰ ਦਿਮਾਗ ਦੇ ਵਿੱਚ ਉਹਦੇ ਪਾਉਣਾ ਪੈਣਾ
ਸੇਮ ਬੱਚਿਆਂ ਦੇ ਦਿਮਾਗ ਦੇ ਵਿੱਚ ਪਾਉਣਾ ਪੈਣਾ। ਸਟੱਡੀ ਇਹ ਹੈ, ਸਟੱਡੀ ਨੂੰ ਆਪਾਂ ਇਸ ਤਰ੍ਹਾਂ ਹੱਲ ਕਰ ਸਕਦੇ ਹਾਂ। ਜਿਹੜੇ ਅਧਿਆਪਕ ਡਰਾ ਕੇ ਪੜਾਉਂਦੇ ਨੇ ਉਹਨਾਂ ਤੋਂ ਬੱਚੇ ਫੋਰ ਦੀ ਟਾਈਮ ਵੀ ਪੜ੍ਹਦੇ, ਫੋਰ ਐਵਰ ਨਹੀਂ ਪੜ੍ਹਦੇ। ਜਿਹੜੇ ਬੱਚੇ ਅਧਿਆਪਕ ਇੰਟਰਟੇਨ ਦੇ ਨਾਲ ਪੜ੍ਹਾਉਂਦੇ ਨੇ, ਅੱਛੇ ਤਰੀਕੇ ਨਾਲ ਸਮਝਾਉਂਦੇ ਨੇ, ਫਰੈਂਡਲੀ ਬਣ ਕੇ ਉਹਨਾਂ ਨੂੰ ਉਹਨਾਂ ਦੇ ਮਾਈਂਡ ਦੇ ਵਿੱਚ ਸੈਟਅਪ ਕਰਾਉਂਦੇ ਨੇ ਸਿਲਸਿਲੇ ਨੂੰ, ਉਹ ਬੱਚੇ ਅੱਗੇ ਵਧਦੇ। ਜਿਹੜਾ ਹੈਗਾ ਝਿੜਕਣ ਦੀ ਗੱਲ, ਸਾਡੇ ਪ੍ਰੋਸੈਸ ਦੇ ਵਿੱਚ ਪ੍ਰੋਫੈਸਰ ਸਾਹਿਬ ਨੇ ਸ਼ੁਰੂਆਤ ਕੀਤਾ ਹੈ ਕਿ ਸਟੱਡੀ ਦੇ ਜਿਹੜਾ ਉਹ ਬੇਸ ਹੀ ਹੋਰ ਕਿਸਮ ਦਾ। ਸਾਡੇ ਪ੍ਰੈਕਟੀਕਲ ਨੂੰ ਪਹਿਲ ਹੀ ਨਹੀਂ ਦਿੱਤੀ ਜਾਂਦੀ, ਥਿਊਰੀ ਨੂੰ ਪਹਿਲ ਦਿੱਤੀ ਜਾਂਦੀ। ਔਰ ਇੱਕ ਬੜੀ ਵੱਡੀ ਸੱਚਾਈ ਹੈ, ਥਿਊਰੀ ਔਰ ਪ੍ਰੈਕਟੀਕਲ ਪਰ ਦੇ ਵਿੱਚ ਬਹੁਤ ਸਾਰਾ ਫਰਕ ਹੈ। ਜੋ ਇੱਕ ਦੂਸਰੇ ਦੇ ਅਗੇਂਸਟ ਹੈ, ਲਾਗੂ ਹੀ ਨਹੀਂ ਹੁੰਦੇ। ਥਿਊਰੀ ਦੇ ਵਿੱਚ ਹੈ ਵੀ ਬਿਲਕੁਲ ਕਿਹਾ ਨਾ ਜਾਵੇ। ਹੁਣ ਗੱਲ ਹੈ ਜੀ, ਇੱਕ ਅਧਿਆਪਕ ਜਾਂ ਇੱਕ ਪ੍ਰਿੰਸੀਪਲ ਜਾਂ ਇੱਕ ਟੀਚਰ ਜਾਂ ਇੱਕ ਸੀਨੀਅਰ ਸਟੂਡੈਂਟ ਤੁਰੇ ਜਾਂਦੇ ਵਿਅਕਤੀ ਨੂੰ ਕਿਉਂ ਨਹੀਂ ਝਿੜਕ ਦਿੰਦਾ, ਤੁਰ ਜਾਂਦੇ ਸਟੂਡੈਂਟ ਨੂੰ ਕਿਉਂ ਨਹੀਂ ਝਿੜਕ ਦਿੰਦਾ? ਅਸੀਂ ਸਿਰਫ ਉਹਨਾਂ ਵਿਅਕਤੀਆਂ ਨੂੰ, ਉਹਨਾਂ ਬੱਚਿਆਂ ਨੂੰ, ਉਹਨਾਂ ਵਿਦਿਆਰਥੀਆਂ ਨੂੰ ਝਿੜਕਦੇ ਹਾਂ ਜਿਨ੍ਹਾਂ ਨੂੰ ਅਸੀਂ ਗਿਆਨ ਦੇਣਾ ਹੁੰਦਾ, ਜਿਨ੍ਹਾਂ ਤੇ ਸਾਡਾ ਰਾਈਟ ਹੁੰਦਾ ਸਮਝਾਉਣ ਦਾ। ਬਾਕੀ ਰਾਈਟ ਹੋਣ ਦਾ ਤਰੀਕੇ ਵੱਖਰੋ ਵੱਖਰੇ ਹੋ ਸਕਦੇ। ਮੇਰੇ ਲਿਹਾਜ਼ ਨਾਲ ਅਗਰ ਤੁਸੀਂ ਫਰੈਂਡਲੀ ਪੇਸ਼ ਆਓ, ਇਸ ਇਨਸੀਡੈਂਟ 'ਚ ਕੀ ਘਾਟ ਰਹਿ ਗਈ ਲੱਗਦੀ ਹੈ ਜਿੰਨਾ ਕੁ ਸਾਹਮਣੇ ਆ ਰਿਹਾ? ਇਹਦੇ ਵਿੱਚ ਘਾਟ ਇਹ ਹੈ ਜੀ, ਜਿਹੜੇ ਬੱਚੇ ਆਪਣੇ ਪੇਰੈਂਟਸ ਪ੍ਰਤੀ ਸਤਿਕਾਰਤ ਨਹੀਂ ਹੁੰਦੇ, ਉਹਨਾਂ ਦਾ ਸਤਿਕਾਰ ਨਹੀਂ ਕਰਦੇ। ਮੈਂ ਪਾਰਟੀਕੂਲਰ ਇਸ ਬੱਚੇ ਦੀ ਗੱਲ ਨਹੀਂ ਕਰ ਰਿਹਾ, ਮੈਂ ਨਾਰਮਲੀ ਗੱਲ ਕਰ ਰਿਹਾ। ਜਿਸ ਘਰ ਦੇ ਵਿੱਚ ਸੰਸਕਾਰ ਵਿਰਸਾ ਦਿੱਤਾ ਹੋ, ਮਾਂ ਪਿਓ ਦੀ ਰਿਸਪੈਕਟ ਹੋ, ਬਾਪੂ ਜੀ ਦੇ ਦਾਦਿਆਂ ਦੀ ਰਿਸਪੈਕਟ ਹੋ, ਟੀਚਰਾਂ ਦੀ ਮਸਟ ਰਿਸਪੈਕਟ ਹੋ, ਜਿਹੜੇ ਮਾਂ-ਬਾਪ ਇਹ ਸੋਚ ਕੇ ਚੱਲਦੇ ਵੀ ਸਾਡਾ ਬਹੁਤ ਪ੍ਰੋਟੈਕਟਿਵ ਬੱਚਾ ਹੈ, ਇਹਨੂੰ ਟੱਚ ਨਾ ਕੀਤਾ ਜਾਵੇ, ਇਹਨੂੰ ਬਿਲਕੁਲ ਵੀ ਘੂਰਿਆ ਨਾ ਜਾਵੇ, ਉਹ ਦਿਨ ਦੂਰ ਨਹੀਂ ਉਹ ਬੱਚਾ ਅਧਿਆਪਕਾਂ ਦੇ ਅੱਗੇ ਬੋਲਦਾ ਹੈ। ਔਰ ਉਹ ਦਿਨ ਦੂਰ ਨਹੀਂ ਕਿ ਉਹ ਮਾਂ-ਪਿਓ ਦਾ ਸਿਰ ਵੀ ਪਾੜਦਾ। ਇਹ ਸੱਚਾਈ ਹੈ, ਅਸੀਂ ਇਹ ਤੋਂ ਮੁਨਕਰ ਨਹੀਂ ਹੋ ਸਕਦੇ। ਠੀਕ ਹੈ ਗੱਲ, ਬਿਲਕੁਲ। ਮਤਲਬ ਜਿਹੜੀ ਤੁਸੀਂ ਸਮਝਾਉਣਾ ਬੱਚੇ ਨੂੰ ਕਿ ਆਪਣੇ ਮਾਤਾ ਪਿਤਾ ਦਾ, ਆਪਣੇ ਟੀਚਰ ਦਾ ਸੰਸਕਾਰ, ਗੱਲ ਮੰਨਣੀ ਹੈ, ਇਹ ਸੰਸਕਾਰ ਬੱਚੇ ਨੇ ਘਰੋਂ ਲੈਣੇ। ਰਾਣਾ ਜੀ, ਇਹ ਚੀਜ਼ਾਂ ਘਰੋਂ ਮਿਲਦੀਆਂ ਨੇ, ਵਿਰਸੇ ਚੋਂ ਮਿਲਦੀਆਂ। ਕਲਾਸਰੂਮ 'ਚ ਪਰ ਉਹ ਕਹਿੰਦੇ ਤੁਹਾਡੇ ਕੋਲ ਭੇਜਦੇ ਅਸੀਂ ਬੱਚਿਆਂ ਨੂੰ ਸਿਖਾਉਣ। ਨਹੀਂ, ਸਾਡੇ ਕੋਲ ਭੇਜਣ ਦਾ ਮਤਲਬ ਇਹ ਨਹੀਂ ਕਿ ਸਾਡੇ ਕੋਲ ਕੋਈ ਐਸੀ ਦਵਾਈ ਹੈ ਜੋ ਅਸੀਂ ਘੋਲ ਕੇ ਪਾ ਦੇਣੀ। ਇਹ ਤਾਂ ਇੱਕ ਸਿਸਟਮ ਹੈ, ਚੈਨਲ ਹੈ, ਜਿਹੜਾ 0 ਤੋਂ ਸ਼ੁਰੂ ਹੋਣਾ, 1 ਤੋਂ ਸ਼ੁਰੂ ਹੋਣਾ, ਅੱਗੇ ਜਾ ਕੇ 100 ਤੱਕ ਸਾਡੇ ਕੋਲ ਆਉਣਾ। ਅੱਛਾ, ਜਿਹੜੀ ਟੋਲਰੇਸ਼ਨ ਦੀ ਗੱਲ ਹੈ ਕਿ ਸਹਿਣਸ਼ੀਲਤਾ ਦੀ ਗੱਲ ਹੈ, ਉਹ ਸਹਿਣ ਵੀ ਕਰ ਸਕਦਾ ਸੀ, ਬਰਦਾਸ਼ਤ ਵੀ ਕਰ ਸਕਦਾ ਸੀ। ਕਿਸੇ ਦੀ ਬਰਦਾਸ਼ਤ ਸ਼ਕਤੀ ਘੱਟ ਹੁੰਦੀ ਹੈ। ਇਹ ਜਿਵੇਂ ਮੈਂ ਪੜ੍ਹ ਵੀ ਰਿਹਾ ਸੀਗਾ ਕਿ ਜਾਪਾਨ ਦੀ ਮਾਂ, ਇਜ਼ਰਾਈਲ ਦੀ ਮਾਂ ਤੇ ਭਾਰਤ ਦੀ ਮਾਂ ਦਾ ਕੀ ਫਰਕ ਹੈਗਾ ਹੈ ਨਾ। ਉਹ ਸਿਰਫ ਆਬਸਟੈਕਲਸ ਚੱਕ ਦਿੰਦੀ ਹੈ, ਭਾਰਤ ਵਾਲੀ ਮਾਂ ਤਾਂ ਬੱਚੇ ਨੂੰ ਗੋਦੀ ਚੱਕ ਲੈਂਦੀ ਹੈਗੀ ਹੈ। ਮਤਲਬ ਬੱਚਾ ਇਹਨਾਂ ਚੀਜ਼ਾਂ ਦੇ ਨਾਲ ਦੋ ਚਾਰ ਹੋਵੇ, ਇਹਨਾਂ ਚੀਜ਼ਾਂ ਦੇ ਨਾਲ, ਹਰ ਚੀਜ਼ ਤੋਂ ਕਿ ਇੱਥੇ ਨੂੰ ਨਹੀਂ ਜਾਣਾ, ਇੱਥੇ ਇਦਾਂ ਹੋ ਜੂ, ਉੱਥੇ ਇਦਾਂ ਹੋ ਜੂ, ਮਤਲਬ ਉਹਨੂੰ ਖੁੱਲੇ ਛੱਡਣਾ ਥੋੜਾ ਜਿਹਾ। ਠੀਕ ਹੈ, ਤੁਸੀਂ ਨਿਗਾਹ ਰੱਖੋ। ਤੁਸੀਂ ਜਾਪਾਨ ਦੀ ਗੱਲ ਕੀਤੀ, ਦੁਨੀਆ 'ਚ ਸਭ ਤੋਂ ਜ਼ਿਆਦਾ ਜਿਹੜਾ ਸੁਸਾਈਡ ਹੈ ਉਹ ਜਾਪਾਨ 'ਚ ਹੁੰਦਾ ਹੈ। ਤੇ ਉੱਥੇ ਦਾ ਮੇਨ ਕਾਰਨ ਜਿਹੜਾ ਸਟੱਡੀਜ਼ 'ਚ ਹੈਗਾ ਉਹ ਹੈਗਾ ਕਿ ਓਵਰਵਰਕਡ ਨੇ ਲੋਕੀ। ਤੇ ਇਹੀ ਕਹਿ ਰਹੇ, ਇਹ ਇੱਕ ਕਾਰਨ ਨਹੀਂ ਹੈਗਾ, ਮਲਟੀਪਲ ਕਾਰਨ ਨੇ। ਜਿੱਦਾਂ ਦੱਸਿਆ ਕਿ ਘਰ 'ਚ ਵੀ ਸਿੱਖਿਆ ਦੀ ਲੋੜ ਹੈ, ਸਕੂਲ 'ਚ ਵੀ, ਤੇ ਆਲ ਰਾਊਂਡ ਡਿਵੈਲਪਮੈਂਟ ਦੀ ਲੋੜ ਹੈ। ਤੇ ਹਰ ਪਾਸੋਂ ਆਪਾਂ ਨੂੰ ਇਹ ਚੀਜ਼ਾਂ ਨੂੰ ਠੀਕ ਕਰਨਾ ਪਊਗਾ। ਥੋੜਾ ਜਿਹਾ ਦੱਸੋ ਕਿ ਮਾਪੇ ਵੀ ਦੇਖ ਰਹੇ ਹੋਣਗੇ, ਟੀਚਰ ਵੀ ਦੇਖ ਰਹੇ ਹੋਣਗੇ ਕਿ ਨਾ ਹੋਣ ਇਸ ਤਰ੍ਹਾਂ ਦੀ ਘਟਨਾ, ਆਪਾਂ ਇਹਨੂੰ ਰੋਕੀਏ ਕਿਵੇਂ? ਦੇਖੋ, ਸਭ ਤੋਂ ਪਹਿਲਾਂ ਤਾਂ ਆਇਡੈਂਟੀਫਾਈ ਕਰਨਾ ਬਹੁਤ ਜ਼ਰੂਰੀ ਹੈ ਕਿ ਕਿਹੜਾ ਮਤਲਬ ਬੱਚਾ ਜਾਂ ਵੱਡਾ ਵੀ ਮੈਂ ਕਹਾਂਗਾ ਸੁਸਾਈਡ ਰਿਸਕ ਫੈਕਟਰਸ 'ਚ ਆਉਂਦਾ ਹੈਗਾ। ਜਿੱਦਾਂ ਮੇਲਸ 'ਚ 4 ਟਾਈਮਸ ਸੁਸਾਈਡ ਜ਼ਿਆਦਾ ਹੁੰਦਾ ਹੈਗਾ, ਅਟੈਂਪਟਡ ਸੁਸਾਈਡ, ਮਤਲਬ ਕੰਪਲੀਟ ਸੁਸਾਈਡ ਜਿਹੜਾ ਹੁੰਦਾ ਹੈਗਾ। ਤੇ ਹੋਰ ਵੀ ਕਈ ਕਾਰਨ ਨੇ ਕਿ ਜਿੱਦਾਂ ਮੈਂ ਸਾਇੰਸ ਦੱਸੇ ਕਿ ਉਹ ਆਇਡੈਂਟੀਫਾਈ ਕਰਨ ਦੀ ਲੋੜ ਹੈਗੀ ਹੈ। ਅਗਰ ਤੁਹਾਡੇ ਜੈਨੇਟਿਕ ਫੈਕਟਰਸ ਨੇ ਕਿ ਕਿਸੇ ਨੂੰ ਡਿਪਰੈਸ਼ਨ ਜਾਂ ਕੋਈ ਹੋਰ ਕਾਰਨ ਰਹੇ ਹੈ, ਜਾਂ ਫੈਮਿਲੀ 'ਚ ਕਿਸੇ ਨੇ ਸੁਸਾਈਡ ਕੀਤਾ ਹੈ, ਤੇ ਤੁਹਾਡੀ ਪੀੜ੍ਹੀ 'ਚ ਸੁਸਾਈਡ ਦੇ ਚਾਂਸਸ ਵੱਧ ਜਾਂਦੇ ਹੈ। ਤੇ ਹੋਰ ਕਾਰਨ ਨੇ, ਅਗਰ ਕਿਸੇ ਬੱਚੇ ਨੇ ਜਾਂ ਈਵਨ ਵੱਡੇ ਨੇ ਕਦੀ ਸੁਸਾਈਡ ਮਤਲਬ ਅਟੈਂਪਟ ਕੀਤਾ, ਪੂਰਾ ਨਹੀਂ ਹੋਇਆ, ਤੇ ਅਗਲੀ ਵਾਰ ਕਰਨ ਦਾ ਉਹਦਾ ਚਾਂਸਸ ਡਬਲ ਹੋ ਜਾਂਦਾ ਹੈ, ਜਾਂ ਅੱਗੇ ਹੋਰ ਦੁਆਰਾ ਕਰ ਸਕਦਾ ਹੈ। ਆਪਾਂ ਨੂੰ ਉੱਥੇ ਹੀ ਨਹੀਂ ਛੱਡਣਾ ਚਾਹੀਦਾ, ਪ੍ਰੋਪਰ ਟ੍ਰੀਟਮੈਂਟ ਦੀ ਲੋੜ ਹੈ, ਸਾਈਕੋਲੋਜਿਸਟ ਜਾਂ ਸਾਈਕੈਟਰਿਸਟ ਕੋਲ ਜਾਣ ਦੀ ਲੋੜ ਹੈਗੀ ਹੈ, ਬਿਨਾਂ ਸ਼ਰਮ ਕੀਤੇ। ਠੀਕ ਹੈ ਔਜਲਾ ਸਾਹਿਬ, ਇੱਕ ਅਸੀਂ ਦੇਖਿਆ ਜਿਹੜਾ ਬੱਚਿਆਂ 'ਚ, ਇੱਕ ਤਾਂ ਇਹ ਹੈ ਕਿ ਟੀਚਰ ਕੋਈ ਪਰੇਸ਼ਾਨ ਕਰਦਾ ਤਾਂ ਇਸ ਤਰ੍ਹਾਂ ਦਾ ਕਈ ਵਾਰੀ ਸਟੈਪ ਚੁੱਕਦੇ ਨੇ। ਇੱਕ ਮਾਰਕਸ ਦੀ ਬਹੁਤ ਹੈ ਕਿ ਨੰਬਰ ਘੱਟ ਆਏ ਨੇ, ਈਵਨ ਕਿ ਕਈ ਵਾਰੀ ਇਹ ਵੀ ਹੁੰਦਾ ਹੈ ਕਿ ਭਾਵੇਂ 80% ਨੰਬਰ ਹੋਣ, ਇਸ ਤਰ੍ਹਾਂ ਦੇ ਵਿਦਿਆਰਥੀ ਵੀ ਖੁਦਕੁਸ਼ੀ ਕਰ ਲੈਂਦੇ ਨੇ ਕਿ 90 ਦਾ ਟਾਰਗੇਟ ਸੀਗਾ ਕਿ ਉਹ ਅਚੀਵ ਹੋਵੇ। ਇੱਕ ਮਾਂ ਪਿਓ ਜਿਹੜਾ ਨਾ, ਉਹਨਾਂ ਦਾ ਸਾਰਾ ਜ਼ੋਰ ਹੁੰਦਾ ਆਲੇ ਰਿਸ਼ਤੇਦਾਰ ਗਵਾਂਢੀਆਂ ਦਾ ਕੰਪੀਟੀਸ਼ਨ ਹੁੰਦਾ ਵੀ ਸਾਡੇ ਬੱਚੇ ਦੇ ਇੰਨੇ ਨੰਬਰ ਆ ਗਏ। ਉਹ ਨੰਬਰਾਂ ਦੀ ਜਿਹੜੀ ਦੌੜ ਆ ਨਾ, ਉਹਦੇ 'ਚ ਮਾਰ ਪੈਂਦੀ ਹੈ ਬੱਚੇ ਤੇ, ਸਟ੍ਰੈਸ ਵੱਧ ਜਾਂਦਾ। ਕਈ ਵਾਰੀ ਬੱਚਾ ਕੋਸ਼ਿਸ਼ ਵੀ ਕਰਦਾ, ਉਹਨੇ ਨੰਬਰ ਨਹੀਂ ਆਉਂਦੇ, ਪਰ ਉਹ ਵੀ ਤਾਂ ਜ਼ਰੂਰੀ ਹੈ ਨਾ ਕਿ ਕੰਪੀਟੀਸ਼ਨ। ਨੰਬਰ ਕੋਈ ਜਿਹੜਾ ਨਾ, ਨੰਬਰਾਂ ਦਾ
ਜ਼ਿਆਦਾ ਘੱਟ ਹੋਣਾ ਕੋਈ ਏਡੀ ਗੱਲ ਨਹੀਂ ਹੁੰਦੀ। 80% ਵਾਲਾ ਤੇ 90% ਵਾਲੇ ਦਾ 10% ਦਾ ਫਰਕ ਹੈ, ਪਰ ਅਦਰਵਾਈਜ਼ ਉਹ ਲਿਆਕਤ 'ਚ ਕੋਈ ਫਰਕ ਨਹੀਂ ਹੁੰਦਾ। ਉਹ ਕਈ ਵਾਰੀ ਬੱਚੇ ਤੋਂ ਅਟੈਂਪਟ ਨਹੀਂ ਹੁੰਦਾ, ਚਲੋ ਕਈ ਵਾਰ ਬੱਚੇ ਫੇਲ ਹੋ ਜਾਂਦੇ ਨੇ, ਉਹਨਾਂ ਲਈ ਵੀ ਉਹ ਇਹ ਕੋਈ ਇਹ ਜਿਹੜਾ ਨਾ ਕੋਈ ਐਂਡ ਨਹੀਂ ਹੋ ਜਾਂਦਾ ਉੱਥੇ ਸਾਰੀ ਜ਼ਿੰਦਗੀ ਦਾ ਲਾਈਫ ਦਾ। ਸੋ ਇਹੋ ਜਿਹੀਆਂ ਗੱਲਾਂ ਹੀ ਮਾਂ ਪਿਓ ਨੇ ਦੱਸਣੀਆਂ ਵੀ ਕਾਕਾ ਤੂੰ ਆਪਦੀ ਪੜ੍ਹਾਈ ਕਰ, ਮਿਹਨਤ ਕਰ, ਕੋਈ ਗੱਲ ਨਹੀਂ, ਰਿਜ਼ਲਟ ਜਿਹੜਾ ਵੀ ਹੁੰਦਾ ਤੈਨੂੰ ਆਉਣਾ ਚਾਹੀਦਾ, ਸਿੱਖ ਤੂੰ ਵੱਧ ਤੋਂ ਵੱਧ। ਜਿਹੜੀਆਂ ਅਸੀਂ ਕੀ ਸਾਡੀ ਪੜ੍ਹਾਈ 'ਚ ਕੀ ਘਾਟ ਹੈ, ਇਹ ਪ੍ਰਿੰਸੀਪਲ ਸਾਹਿਬ ਮੇਰੇ ਸਹਿਮਤ ਹੋਣਗੇ। ਅਸੀਂ ਅਲਜਬਰਾ ਪੜ੍ਹਾਤਾ, ਫਿਜ਼ਿਕਸ ਪੜ੍ਹਾਤੀ, ਕੈਮਿਸਟਰੀ ਪੜ੍ਹਾਤੀ, ਲਾਈਫ ਜਿਹੜੀ ਹੈ ਲਾਈਫ ਸਕਿੱਲਸ ਨਹੀਂ ਪੜ੍ਹਾਉਂਦੇ ਹੈ ਜੀ। ਬੱਚੇ ਨੂੰ ਦੱਸਣਾ ਹੈਗਾ, ਸੋਕਰੇਟੀਜ਼ ਨੇ ਐਵੇਂ ਨਹੀਂ ਕਿਹਾ ਵੀ ਬੱਚੇ ਦੇ ਜਨਮ ਤੋਂ 100 ਸਾਲ ਪਹਿਲਾਂ ਉਹਦੀ ਪੜ੍ਹਾਈ ਸ਼ੁਰੂ ਹੋ ਜਾਂਦੀ। ਮਤਲਬ ਉਹ ਸੰਸਕਾਰ ਦਾਦੇ ਪੜਦਾਦੇ ਦੇ ਫੈਮਿਲੀ ਦਾ ਕਲਚਰ ਜਿਹੜਾ ਹੈਗਾ ਉਹ ਮੈਟਰ ਕਰਦਾ। ਤੁਸੀਂ ਜਿਹੜੇ ਘਰ 'ਚ ਪੜ੍ਹਾਈ ਲਿਖਾਈ ਦਾ ਮਾਹੌਲ ਹੈ ਉਹ ਬੱਚੇ ਨਾ ਕਹੋ ਤੁਸੀਂ, ਉਹ ਬੱਚੇ ਪੜ੍ਹਨਗੇ। ਜਿੱਥੇ ਘਰ 'ਚ ਪੜ੍ਹਾਈ ਕਈ ਘਰਾਂ 'ਚ ਮੈਂ ਦੇਖਿਆ ਪੜ੍ਹਨ ਦਾ ਕੀ ਫਾਇਦਾ ਜੀ, ਨੌਕਰੀਆਂ ਤਾਂ ਮਿਲਦੀਆਂ ਨਹੀਂ ਜੀ, ਆਹ ਨਹੀਂ ਹੁੰਦਾ ਜੀ, ਤੇ ਕਰਪਸ਼ਨ ਚੱਲਦੀ ਆ, ਉਹ ਬੱਚੇ ਵਿਚਾਰੇ ਜਿਹੜੇ ਡਿਸਕਰੇਜ ਹੋ ਜਾਂਦੇ ਆ। ਪੜ੍ਹਾਈ ਇੱਕ ਪਲੇਅਰ ਹੈ, ਇੱਕ ਕ੍ਰੀਏਟਿਵ ਕੰਮ ਬੋਝ ਨਾ ਸਮਝਿਆ ਜਾਵੇ। ਹਾਂ, ਤੇ ਸਾਡੇ ਸਕੂਲਾਂ 'ਚ ਮੈਂ ਦੇਖਿਆ, ਮੈਨੂੰ ਐਗਰੀ ਕਰਨਗੇ, ਸਾਡੇ ਸਕੂਲਾਂ 'ਚ ਪਲੇਅਰ ਤਾਂ ਰਹੀ ਨਹੀਂ ਪੜ੍ਹਾਈ। ਮਤਲਬ ਐਂ ਪੜ੍ਹਾਇਆ ਜਾਂਦਾ ਨਾ ਜਿਵੇਂ ਸਜ਼ਾ ਦੇਣੀ ਹੁੰਦੀ ਕਿਸੇ ਨੂੰ, ਸਜ਼ਾ ਮੈਥ ਸਿੱਖ ਤੂੰ, ਕੈਮਿਸਟਰੀ ਸਿੱਖ, ਫਿਜ਼ਿਕਸ ਸਿੱਖ। ਸੋ ਇਹ ਤਰੀਕਾ ਜਿਹੜਾ ਪੜ੍ਹਾਉਣ ਦਾ ਨਾ, ਇਹ ਸਕੂਲਾਂ ਵਾਲਿਆਂ ਨੂੰ ਵੀ ਬਦਲਣਾ ਚਾਹੀਦਾ। ਅਸੀਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਰਾਉਂਡ ਲਾਉਂਦੇ ਨੇ ਸਕੂਲ ਦੇ ਵਿੱਚ, ਦੇਖਦੇ ਨੇ ਕਿ ਕੋਈ ਟੀਚਰ ਕਿਵੇਂ ਦੇ ਤਰ੍ਹਾਂ ਪੜ੍ਹਾ ਰਿਹਾ, ਥੋੜਾ ਜਿਹਾ ਜਿਹੜੇ ਜੀ ਆ ਜਿਹੜਾ ਮੈਂ ਦੱਸਿਆ ਰਿਟਨ ਇਵੈਲੂਏਸ਼ਨ ਤੁਸੀਂ ਸਰ ਕਰੋ ਇਹ ਸ਼ੁਰੂ, ਵੀ ਬੱਚਿਆਂ ਦਾ ਸਾਲ ਬਗਰੋ ਵੀ ਕਿਹੜਾ ਟੀਚਰ ਨੂੰ ਪੜ੍ਹਿਆ ਇਵੈਲੂਏਟ ਕਰ ਦਿਓ। ਰੀਸੈਂਟਲੀ ਆਪਾਂ ਗੱਲ ਕੀਤੀ ਹੈ ਵੀ ਅਸੀਂ ਲਾਈਫ ਦੀ ਐਜੂਕੇਸ਼ਨ ਨਹੀਂ ਪੜਾਉਂਦੇ, ਬੁੱਕਸ ਦੀ ਪੜਾਉਂਦੇ ਆ। ਬੁੱਕਸਾਂ ਨੇ ਖਤਮ ਹੋ ਜਾਣਾ, ਜ਼ਿੰਦਗੀ ਨੇ ਰਹਿਣਾ। ਹੁਣ ਵੀ ਪ੍ਰੋਫੈਸਰ ਸਾਹਿਬ ਨੇ ਉਹੀ ਗੱਲ ਕੀਤੀ ਹੈ ਕਿ ਜਿਹੜੀ ਟੀਚਰ ਦੇ ਪ੍ਰਤੀ ਬੱਚਾ ਕੀ ਸੋਚਦਾ ਸਾਰੇ ਸਾਲ 'ਚ, ਉਹ ਪ੍ਰਿੰਸੀਪਲ ਤੱਕ ਉਹਦਾ ਇੱਕ ਪਹੁੰਚੇ। ਕਹਿ ਰਹੇ ਸੀ ਡਾਕਟਰ ਸਾਹਿਬ ਇਵੈਲੂਏਸ਼ਨ ਕਿਵੇਂ ਹੋਵੇ? ਹਾਂ, ਜਿਹੜੇ ਵੱਡੇ ਵੱਡੇ ਬਿਜ਼ਨਸ ਹੈਗੇ ਆ ਉੱਥੇ ਵੀ ਨਾ ਕੋਈ ਸਟਾਫ ਰੱਖਣ ਤੋਂ ਪਹਿਲਾਂ ਸਾਈਕੋਲੋਜੀਕਲ ਟੈਸਟ ਹੁੰਦੇ ਆ, ਤੇ ਉੱਤੇ ਦੇਖਿਆ ਜਾਂਦਾ ਕਿ ਕਿਹੜਾ ਬੰਦਾ ਕਿੱਥੇ ਸਹੀ ਫਿੱਟ ਹੋਏਗਾ। ਇਹ ਫੋਰਨ 'ਚ ਬਹੁਤ ਜ਼ਿਆਦਾ ਇੰਪਲੀਕੇਟ ਕੀਤਾ ਜਾਂਦਾ ਹੈ ਕਿ ਕਿਹੜਾ ਬੰਦਾ ਕਿਸ ਜੌਬ ਲਈ ਕਿਹੜੇ ਡਿਪਾਰਟਮੈਂਟ 'ਚ ਸਹੀ ਰਹੂਗਾ, ਤੇ ਉਹਦਾ ਮੈਕਸਿਮਮ ਬੈਨੀਫਿਟ ਲਿੱਤਾ ਜਾਂਦਾ ਹੈ। ਤੇ ਸਾਨੂੰ ਵੀ ਸਕੂਲਸ 'ਚ ਰੱਖਣ ਤੋਂ, ਟੀਚਰਸ ਨੂੰ ਰੱਖਣ ਤੋਂ ਪਹਿਲਾਂ ਸਾਈਕੋਲੋਜੀਕਲ ਟੈਸਟਿੰਗ ਬਹੁਤ ਜ਼ਰੂਰੀ ਹੈ। ਹਰ ਬੰਦੇ 'ਚ ਕੁਝ ਪੋਜ਼ਿਟਿਵ ਨੇ, ਕੁਝ ਨੈਗੇਟਿਵ ਨੇ, ਉਹਦੇ ਪੋਜ਼ਿਟਿਵ ਨੂੰ ਆਪਾਂ ਐਨਹਾਂਸ ਕਰਨਾ ਹੈ ਔਰ ਨੈਗੇਟਿਵ ਨੂੰ ਆਪਾਂ ਕਰੈਕਟ ਕਰ ਸਕਦੇ ਹੈਗੇ ਆ, ਰਾਦਰ ਦੈਨ ਉਹਨਾਂ ਨੂੰ ਵੀ ਡਿਸਕਰੇਜ ਕਰਕੇ। ਈਵਨ ਹਰ ਸਕੂਲ 'ਚ ਮੈਂ ਕਹਾਂਗਾ ਕਿ ਸਾਈਕੋਲੋਜਿਸਟ ਜਾਂ ਕਾਉਂਸਲਰਸ ਹੋਣੇ ਬਹੁਤ ਜ਼ਰੂਰੀ ਹੈਗੇ ਜੀ। ਈਵਨ ਇੱਕ ਹੋਰ ਬਹੁਤ ਵੱਡੀ ਚੀਜ਼ ਹੈ ਜਿਹੜੀ ਕਿ ਫੋਰਨ 'ਚ ਹੈਗੀ, ਆਪਣੇ ਇੰਡੀਆ 'ਚ ਘੱਟ ਹੈ, ਸੁਸਾਈਡ ਹੈਲਪਲਾਈਨ। ਸੁਸਾਈਡ ਹੈਲਪਲਾਈਨ ਬਹੁਤ ਜ਼ਰੂਰੀ ਹੈਗੀ ਆ। ਜਿੱਦਾਂ ਹੁਣ ਕਈ ਮੰਤਰੀਆਂ ਨੇ ਸ਼ੋਕ ਜਤਾਤਾ ਜਾਂ ਹੋਰ ਆਪਾਂ ਸ਼ੋਕ ਜਤਾਤਾ, ਲੇਕਿਨ ਕੀ ਹੋਏਗਾ ਕੀ ਕੁਝ ਨਹੀਂ ਬਣਨਾ। ਇੱਕ ਹੈਲਪਲਾਈਨ ਦੀ ਲੋੜ ਹੈ ਜਿੱਥੇ ਜਿਹੜੀ 24 ਘੰਟੇ ਖੁੱਲਣੀ ਚਾਹੀਦੀ ਹੈ। ਕਿਸੇ ਨੂੰ ਵੀ ਕਦੇ ਵੀ ਕੁਝ ਐਦਾਂ ਦੇ ਥਾਟਸ ਆ ਰਹੇ ਨੇ ਤੇ ਉਹ ਕਾਲ ਕਰ ਸਕਦਾ ਹੈਗਾ, ਤਾਂ ਕਿ ਉਸ ਟਾਈਮ ਉਹ ਅਬੋਰਟ ਕੀਤੀ ਜਾ ਸਕੇ, ਕਿਉਂਕਿ ਉਸ ਟਾਈਮ ਇੰਪਲਸਿਵਨੈਸ ਦੀ ਲਿਥੈਲਿਟੀ ਉਹਨੂੰ ਘਟਾਇਆ ਜਾ ਸਕੇ। ਠੀਕ ਹੈ, ਪਰ ਇਹ ਜਿਹੜੀਆਂ ਚੀਜ਼ਾਂ ਨੇ, ਕਿਉਂਕਿ ਇਹਦੇ ਵਿੱਚ ਜਿਹੜੀ ਕਮੀ ਰਹਿ ਗਈ ਆ ਉਹ ਇਹੀ ਹੈ ਕਿ ਨਾ ਤਾਂ ਉਸ ਬੱਚੇ ਨੇ ਆਪਣੇ ਸਾਥੀਆਂ ਨਾਲ ਕੋਈ ਗੱਲਬਾਤ ਕੀਤੀ, ਨਾ ਉਸ ਬੱਚੇ ਨੇ ਆਪਣੇ ਮਾਤਾ ਪਿਤਾ ਦੇ ਨਾਲ ਕੋਈ ਗੱਲ ਸ਼ੇਅਰ ਕੀਤੀ। ਹਾਲਾਂਕਿ ਇਹ ਜੇ ਉਹਨੂੰ ਕੁੱਟਿਆ ਸੀਗਾ ਜਾਂ ਟੌਰਚਰ ਕੀਤਾ ਸੀਗਾ, ਆਪਣੇ ਮਾਂ-ਬਾਪ ਨੂੰ ਦੱਸਦਾ, ਉਹ ਸ਼ਿਕਾਇਤ ਲੈ ਕੇ ਪ੍ਰਿੰਸੀਪਲ ਕੋਲ ਜਾਂਦੇ, ਕੋਈ ਗੱਲ ਦਾ ਹੱਲ ਹੁੰਦਾ। ਠੀਕ ਹੈ, ਜੇ ਕੰਪਲੇਂਟ ਕਰਨੀ ਹੈ ਪੁਲਿਸ ਨੂੰ ਕਰ ਸਕਦੇ ਸੀਗੇ, ਪਰ ਖੁਦਕੁਸ਼ੀ ਦਾ ਕੋਈ ਹੱਲ ਨਹੀਂ ਹੈ। ਰਾਣਾ ਜੀ ਇੱਕ ਗੱਲ ਹੈ ਵੀ ਜੇ ਬੱਚੇ ਨਾਲ ਇਸ ਤਰ੍ਹਾਂ ਦੀ ਹੈ ਨਾ, ਉਹ ਬੱਚਾ ਹੀ ਮਸਟ ਬੀ ਸੈਡ, ਉਦਾਸ ਹੋਏਗਾ ਜੀ। ਉਹ ਘਰਦਿਆਂ ਨੇ ਨੋਟ ਨਹੀਂ ਕੀਤਾ ਵੀ ਕੋਈ ਇਹਨੂੰ ਪ੍ਰੋਬਲਮ ਹੈਗੀ ਆ, ਦੱਸੇ ਸਿੰਪਟਮ ਹੁੰਦੇ ਆ ਕੁਝ, ਮੈਂ ਕਿਹਾ ਨਾ ਦੱਸੇ ਬੱਚਾ, ਮਾਂ ਪਿਓ ਤਾਂ ਪੁੱਛਣਾ ਫਰਜ਼ ਬਣਦਾ ਵੀ ਭਾਈ ਤੈਨੂੰ ਕੀ ਪ੍ਰੋਬਲਮ ਆ, ਤੂੰ ਅੱਜ ਉਦਾਸ ਲੱਗਦਾ। ਪਰ ਦੋਸਤਾਂ ਨਾਲ ਤਾਂ ਸ਼ੇਅਰ ਕੀਤੀ ਜਾ ਸਕਦੀ ਹੈ ਨਾ, ਦੋਸਤਾਂ ਦੇ ਸਾਹਮਣੇ ਹੋਇਆ ਸਾਰਾ ਕੁਝ, ਸਮਝ ਗਏ ਨਾ। ਇਹ ਕਿਤੇ ਨਾ ਕਿਤੇ ਤਾਂ ਦੇਖੋ ਕਸੂਰ ਜਿਹੜਾ ਸਟਿਗਮਾ ਖਤਮ ਕਰਨਾ ਇਸ ਚੀਜ਼ ਦਾ। ਅੱਛਾ, ਹੁਣ ਇਸ ਮਾਮਲੇ ਦੇ ਵਿੱਚ ਔਜਲਾ ਸਾਹਿਬ, ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦਾ ਬਿਆਨ ਆਇਆ। ਪੁਲਿਸ ਨੇ ਤਾਂ ਚਲੋ ਮਾਮਲਾ ਦਰਜ ਕਰ ਲਿਆ ਕਿ ਖੁਦਕੁਸ਼ੀ ਲਈ ਉਕਸਾਉਣ ਦਾ, ਤੇ ਉਹਨਾਂ ਨੇ ਕਿਹਾ ਕਿ ਅਸੀਂ ਨੋਟਿਸ ਜਾਰੀ ਕਰਤਾ, ਜੇ ਲੋੜ ਹੋ ਗਿਆ ਅਸੀਂ ਮਾਨਤਾ ਵੀ ਰੱਦ ਕਰ ਸਕਦੇ ਹਾਂ, ਪਰ ਉਹ ਅਗਲੇਰੀ ਗੱਲ ਹੈ। ਪਰ ਉਹਦੇ ਨਾਲ ਗੱਲ ਤਾਂ ਇਹ ਵੀ ਇਹ ਘਟਨਾਵਾਂ ਤਾਂ ਨਹੀਂ ਰੁਕ ਜਾਣੀਆਂ ਹੈਗੀਆਂ। ਕਿਸ ਤਰ੍ਹਾਂ ਦੀ ਇਹਦੇ ਵਿੱਚ ਕਾਰਵਾਈ ਹੋਵੇ ਤਾਂ ਕਿ, ਕਿਉਂਕਿ ਸਬਕ ਤਾਂ ਹੋਣਾ ਹੀ ਚਾਹੀਦਾ ਨਾ। ਨਹੀਂ ਦੇਖੋ ਜਿਹੜਾ ਉਹ ਬੱਚਾ ਚਲੇ ਗਿਆ ਉਹ ਤਾਂ ਆਉਣਾ ਨਹੀਂ ਵਾਪਸ, ਪਰ ਆਪਾਂ ਅੱਗੇ ਵਾਸਤੇ ਕੋਈ ਇਹੋ ਜਿਹੇ ਸਿਸਟਮਿਕ ਇਹੋ ਜਿਹੇ ਕਰ ਸਕਦੇ ਆ ਵੀ ਸਿਸਟਮ ਨੂੰ ਆਪਾਂ ਕਿੱਥੇ ਕਿੱਥੇ, ਜਿਵੇਂ ਕਾਉਂਸਲ ਲਾ ਦਿਓ ਤੁਸੀਂ, ਜਾਂ ਕੋਈ ਹੋਰ ਇਸ ਤਰ੍ਹਾਂ ਦੀ ਹੈਲਪਲਾਈਨ ਦਿਓ, ਤੇ ਟੀਚਰ ਕੋਈ ਜਾਂ ਜੇ ਟੀਚਰ ਦੀ ਕਿਸੇ ਦੀ ਸ਼ਿਕਾਇਤ ਕਰਨੀ ਆ ਔਜਲਾ ਸਾਹਿਬ, ਕੋਈ ਇਸ ਤਰ੍ਹਾਂ ਦਾ ਬਾਕਸ ਹੋਵੇ ਜਾਂ ਕੋਈ ਜਿੱਥੇ ਨਾਮ ਜਿਹੜਾ ਇਹ ਨਾ ਨਸ਼ਰ ਕੀਤਾ ਜਾਵੇ, ਕੋਈ ਉਹ ਗੱਲ ਹੋਵੇ ਕਿਤੇ ਗਲਤ ਕਰ ਦਿੱਤਾ ਜਾਵੇ ਜੀ। ਸਕੂਲ ਦੇ ਬਾਹਰ ਕੰਪਲੇਂਟ ਸਿਸਟਮ ਲੱਗੇ, ਉਹਦੇ ਵਿੱਚ ਬਗੈਰ ਡਰ ਤੋਂ ਉਹ ਕੋਈ ਵੀ ਬੱਚਾ, ਕੋਈ ਪੇਰੈਂਟਸ ਕੰਪਲੇਂਟ ਕਰੇ, ਲੈਟਰ ਸੁੱਟੇ, ਔਰ ਪ੍ਰਿੰਸੀਪਲ ਲਈ ਨੈਗੇਟਿਵ ਵਰਡ, ਹਾਂਜੀ, ਸੁਜੈਸ਼ਨ ਹੋਵੇ,
ਸੁਜੈਸ਼ਨ ਹੋ ਸਕਦੀ ਹੈ, ਪ੍ਰਿੰਸੀਪਲ ਦੀ ਇਹ ਡਿਊਟੀ ਹੋਵੇ, ਉਹ ਇਸ ਗੱਲ ਦਾ ਪਾਬੰਦ ਹੋਵੇ ਕਿ ਰੋਜ਼ ਉਸ ਬਾਕਸ ਦੇ ਵਿੱਚੋਂ ਜੋ ਵੀ ਹੈ ਡਾਕੂਮੈਂਟਸ ਉਹਨੂੰ ਪੜੂਗਾ ਔਰ ਉਹ ਤੇ ਇੰਪਲੀਮੈਂਟ ਕਰੂਗਾ। ਕਿਉਂਕਿ ਕੁਛ ਨਾ ਕੁਛ ਬੱਚੇ ਨੂੰ ਇਹ ਲਗਾਓ ਤੁਸੀਂ ਆਪਣਾ ਨਾਮ ਨਾ ਲਿਖੋ, ਰੋਲ ਨੰਬਰ ਕੁਛ ਨਾ ਕੁਛ ਇਹ ਮਾਮਲੇ ਦੇ ਵਿੱਚ ਅਸੀਂ ਰੋਕਣ ਦੇ ਵਿੱਚ ਅੱਗੇ ਵੱਧ ਸਕਦੇ ਹਾਂ। ਜਿੱਥੇ ਤੱਕ ਸੁਸਾਈਡ ਹੈ, ਸੁਸਾਈਡ ਇੱਕ ਕਮਜ਼ੋਰ ਮਨ ਦੀ ਨਿਸ਼ਾਨੀ ਹੈ, ਕਮਜ਼ੋਰ ਮਨ ਦੀ ਪ੍ਰਵਿਰਤੀ ਹੈ। ਅਗਰ ਪੇਰੈਂਟਸ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ, ਕਾਉਂਸਲਰ ਟੀਚਰਾਂ ਨੇ ਮਿਲ ਕੇ ਕਾਉਂਸਲਿੰਗ ਕੀਤੀ ਜਾਵੇ ਤਾਂ ਬੱਚੇ ਦੇ ਅੰਦਰ ਜਿਹੜਾ ਸੁਸਾਈਡ ਖਤਮ ਹੋਣ ਦਾ ਡਰ ਹੈ ਉਹਦੀ ਜਗ੍ਹਾ ਤੇ ਮੁਕਾਬਲਾ ਕਰਨ ਦਾ ਇਰਾਦਾ ਬਣਾਇਆ ਜਾਵੇ। ਪ੍ਰਵਿਰਤੀ ਅਸੀਂ ਗੁਰਬਾਣੀ ਤੇ ਅਸੀਂ ਮੰਨਦੇ ਹਾਂ, ਗੁਰਬਾਣੀ ਨੂੰ ਸਾਨੂੰ ਜੂਝਣ ਦਾ ਬਲ ਸਿਖਾਇਆ ਗਿਆ, ਬਿਲਕੁਲ ਦੀ ਧਰਤੀ ਹੈ। ਕਮਜ਼ੋਰ ਮਾਨਸਿਕਤਾ ਜਿਹੜੀ ਹੈ, ਨਹੀਂ, ਸੁਸਾਈਡ ਕਮਜ਼ੋਰ ਮਾਨਸਿਕਤਾ ਹੈ। ਇਹਦੇ ਲਈ ਇੱਕ ਮੁਕਾਬਲੇ ਦੀ ਅੰਦਰ ਤਾਕਤ ਹੋਣੀ ਚਾਹੀਦੀ। ਉਹ ਤਾਕਤ ਕਿਵੇਂ ਹੋ ਸਕਦੀ? ਮਾਂ-ਬਾਪ ਬੱਚੇ ਨੂੰ ਇਨਕਰੇਜ ਕਰਨ, ਕਾਉਂਸਲਰ ਉਹਨੂੰ ਉਹਦੀ ਨੈਗੇਟਿਵ ਤੇ ਪੋਜ਼ਿਟਿਵਿਟੀ ਸਿਖਾਉਣ, ਅਧਿਆਪਕ ਐਸੋਸੀਏਟ ਕਰਨ ਇਸ ਮਾਮਲੇ। ਅਸੀਂ ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ, ਕਿਵੇਂ ਹੋਵੇ ਇਹ? ਕਿਉਂਕਿ ਜੇ ਕੋਈ ਮੁਸੀਬਤਾਂ ਆਉਂਦੀਆਂ ਨੇ, ਮੁਸੀਬਤਾਂ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ। ਆ ਤਾਂ ਗੱਲ ਹੀ ਬਹੁਤ ਛੋਟੀ ਸੀਗੀ, ਜੇ ਅਧਿਆਪਕਾਂ ਨੇ ਕੁਝ ਕਹਿਤਾ, ਕੁੱਟਮਾਰ ਕਰਤੀ, ਤਾਂ ਇਹਦਾ ਕੋਈ ਇਹ ਥੋੜਾ ਕਿ ਖੁਦਕੁਸ਼ੀ ਕਰ ਲੈਣੀ ਹੈ ਤੁਸੀਂ। ਇਹਦਾ ਇੱਕੋ ਕਾਰਨ ਹੈ ਜੀ, ਅਗਰ ਮਾਂ-ਬਾਪ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ, ਕੋਈ ਨਹੀਂ, ਉਹ ਤੇਰਾ ਦੂਸਰਾ ਰੂਹ। ਅਧਿਆਪਕ ਦੀ ਝਿੜਕ ਮਾਂ ਦੀ ਲੋਰੀ ਦੇ ਬਰਾਬਰ ਹੈ। ਤੈਨੂੰ ਅਸੀਂ, ਉਹਨਾਂ ਨੇ ਨਹੀਂ ਅਸੀਂ ਕਿਹਾ, ਇਹਦੇ ਬਾਰੇ ਤੂੰ ਨਹੀਂ ਸੋਚਣਾ, ਅੱਗੇ ਤੋਂ ਆਪਾਂ ਦੂਰ ਕਰਦੇ ਹਾਂ। ਹਾਂਜੀ ਡਾਕਟਰ ਸਾਹਿਬ, ਮੈਂ ਇਹ ਵਰਡ ਤੋਂ ਡਿਸਐਗਰੀ ਕਰਾਂਗਾ, ਕਮਜ਼ੋਰ ਮਾਨਸਿਕਤਾ। ਆਪਾਂ ਨੂੰ ਇਸ ਵਰਡ ਨੂੰ ਡੀਸਟਿਗਮੈਟਾਈਜ਼ ਕਰਨਾ ਹੈ ਕਿ ਇੱਕ ਝਾਕਾ ਖੋਲਣਾ ਹੈ ਕਿ ਮੈਂਟਲ ਹੈਲਥ ਨੂੰ ਇੰਪੋਰਟੈਂਸ ਦੇਣੀ ਹੈ। ਥਾਂ ਥਾਂ ਤੇ ਜਿਮ ਖੁੱਲੇ ਹੋਏ ਆ ਫਿਜ਼ੀਕਲ ਹੈਲਥ ਲਈ, ਲੇਕਿਨ ਆਪਾਂ ਮੈਂਟਲ ਹੈਲਥ ਲਈ ਕੀ ਕਰ ਰਹੇ ਹਾਂ? ਮੈਂਟਲ ਹੈਲਥ ਲਈ ਸਟਰੋਂਗ ਤੁਸੀਂ ਦੱਸੋ ਕਿਵੇਂ ਹੋਵੇ? ਬਹੁਤ ਸਟਰੋਂਗ ਕਰਨ ਦੀ ਲੋੜ ਹੈ। ਜਿੱਦਾਂ ਦੇ ਐਦਾਂ ਦੇ ਪ੍ਰੋਗਰਾਮ ਹੈ, ਸਭ ਤੋਂ ਪਹਿਲਾਂ ਤਾਂ ਹੋਰ ਹੋਣੇ ਚਾਹੀਦੇ। ਇਹ ਹੀ ਨਹੀਂ ਕਿ ਸੁਸਾਈਡ ਹੋਇਆ ਤਾਂ ਹੀ ਆਪਾਂ ਆ ਜਾਈਏ, ਡੇਲੀ ਬੇਸ ਤੇ ਹੋਣੇ ਚਾਹੀਦੇ ਆ। ਦੂਜੀ ਗੱਲ, ਸਕੂਲ 'ਚ ਜਿੱਦਾਂ ਕਾਉਂਸਲਰਸ ਦੀ ਗੱਲ ਹੋਈ, ਸਕੂਲ 'ਚ ਨਾਟਕ ਹੋਣੇ ਚਾਹੀਦੇ ਆ ਜਿਸ 'ਚ ਦੱਸਿਆ ਜਾਏ ਤਾਂ ਕਿ ਬੱਚੇ ਨੂੰ ਏਦਾਂ ਲੱਗੇ ਕਿ ਆਪਣੇ 'ਚ ਹੀ ਏਦਾਂ ਹੋ ਸਕਦਾ ਹੈ, ਝਾਕਾ ਖੋਲਿਆ ਜਾਏ ਉਹਨਾਂ ਦਾ। ਤੇ ਪੇਰੈਂਟਸ ਨੂੰ ਵੀ ਇਸ ਚੀਜ਼ ਤੋਂ ਡਰ ਖਤਮ ਕਰਨਾ ਚਾਹੀਦਾ ਹੈ। ਇੱਕ ਥੋੜਾ ਜਿਹਾ ਡਿਫਰੈਂਸ਼ੀਏਟ ਕਰਿਓ ਕਿ ਦੋ ਤਰ੍ਹਾਂ ਦੇ ਬੱਚੇ ਨੇ। ਇੱਕ ਬੱਚਾ ਇਹ ਕਿ ਬਹੁਤ ਸੈਂਸਿਟਿਵ ਹੈ ਤੇ ਉਹਦੇ ਥੱਪੜ ਮਾਰਿਆ ਉਹ ਬਹੁਤ ਫੀਲ ਕਰਦਾ, 2 ਦਿਨ ਤੱਕ ਬੋਲਦਾ ਹੀ ਨਹੀਂ। ਇੱਕ ਬੱਚਾ ਦੇ ਥੱਪੜ ਮਾਰਿਆ ਉਹ ਫਿਰ ਉਸੇ ਤਰ੍ਹਾਂ ਖੇਡਣ ਲੱਗ ਗਿਆ। ਇਹ ਜਿਹੜੀ ਉਹਦੇ ਅੰਦਰ ਇਹ ਕਿਸ ਤਰ੍ਹਾਂ ਦੀ ਪ੍ਰਵਿਰਤੀ ਪੈਦਾ ਹੋਈ, ਦੋਨਾਂ 'ਚ ਫਰਕ ਕਿਵੇਂ ਆਇਆ? ਦੇਖੋ, ਬੱਚਾ ਇੱਕ ਮਿੱਟੀ ਹੈਗਾ, ਜਿੱਦਾਂ ਉਹਨੂੰ ਪਾਲਾਂਗੇ ਆਪਾਂ ਉਦਾਂ ਦਾ ਉਹ ਬਣ ਜਾਊਗਾ। ਉਹ ਸਾਰਾ ਕੁਝ, ਉਹਦੇ ਕਈ ਫੈਕਟਰਸ ਨੇ। ਉਹਨੂੰ ਪਾਲਿਆ ਕਿੱਦਾਂ ਗਿਆ, ਉਹਦਾ ਲਰਨਡ ਬਿਹੇਵੀਅਰ ਕਿੱਦਾਂ ਹੈ, ਉਹਦੇ ਜੈਨੇਟਿਕ ਫੈਕਟਰਸ ਕਿੱਦਾਂ ਹੈ, ਸੋਸ਼ਲ ਫੈਕਟਰਸ ਕਿੱਦਾਂ, ਉਹ ਸਾਰੇ ਰਿਸਪੌਂਸਿਬਲ ਹੁੰਦੇ ਇਸ ਚੀਜ਼ਾਂ ਦੇ। ਆਪਾਂ ਇਹ ਨਹੀਂ ਕਹਿ ਸਕਦੇ ਹਾਂ ਕਿ ਉਹਦੇ ਸਿਰਫ ਪੇਰੈਂਟਸ ਦੀ ਗਲਤੀ ਸੀ। ਅੱਜ ਕੱਲ ਹੁਣ ਬੱਚਿਆਂ ਨੂੰ ਬਿਲਕੁਲ ਜਿਹੜਾ ਕੁੱਟਿਆ ਮਾਰਿਆ ਜਾਂ ਝਿੜਕਿਆ ਬਹੁਤ ਘੱਟ ਜਾਂਦਾ, ਕਿਉਂਕਿ ਸਿੰਗਲ ਚਾਈਲਡ ਹੈਗਾ ਸਾਰਾ। ਉਹਨਾਂ ਨੂੰ ਮਾਪਿਆਂ ਨੂੰ ਵੀ ਜ਼ਰੂਰ ਦੱਸੋ ਕਿ ਕਿਵੇਂ ਹੋਵੇ ਉਹਦੇ ਵਿੱਚ। ਸ਼ੁਰੂ ਤੋਂ ਹੀ ਬੱਚੇ ਨੂੰ ਥੋੜਾ ਜਿਹਾ ਆਪਾਂ ਨੂੰ ਸਿਰਫ ਓਵਰ ਪ੍ਰੋਟੈਕਟਿਵ ਨਹੀਂ ਰੱਖਣਾ, ਤਾਂ ਕਿ ਹਰ ਚੀਜ਼ ਦੀ ਨਹੀਂ, ਇੱਥੇ ਨਹੀਂ ਜਾਣਾ, ਉੱਥੇ ਨਹੀਂ ਜਾਣਾ, ਐਦਾਂ ਨਹੀਂ ਕਰਨਾ, ਤਾਂ ਕਿ ਥੋੜਾ ਜਿਹਾ ਖੁੱਲਣ ਵੀ। ਜਿੱਦਾਂ ਪਹਿਲੇ ਜ਼ਮਾਨੇ 'ਚ ਬੱਚੇ ਪਹਿਲਾਂ ਵੀ ਤਾਂ ਪਲਦੇ ਸੀ, ਇਹ ਤਾਂ ਹੈ ਨਹੀਂ ਕਿ ਪਹਿਲਾਂ ਨਹੀਂ ਪਲਦੇ ਸੀਗੇ। ਤੇ ਇੰਨਾ ਫਰਕ ਆ ਕਿਉਂ ਗਿਆ? ਤੇ ਆਪਾਂ ਨੂੰ ਬੱਚੇ ਨੂੰ ਹੋਰ, ਸੋਸ਼ਲ ਮੀਡੀਆ ਵੀ ਇੱਕ ਬਹੁਤ ਵੱਡਾ ਫੈਕਟਰ ਹੈਗਾ। ਮੈਂ ਦੱਸਣਾ ਚਾਹਾਂਗਾ, ਪਿੱਛੇ ਗੇਮ ਆਈ ਸੀ ਬਲੂ ਵੇਲ ਗੇਮ, ਬੱਚਿਆਂ ਨੇ ਕਈ ਬੱਚਿਆਂ ਨੇ ਉਹ 'ਚ ਸੁਸਾਈਡ ਕਰ ਲਈ। ਤੇ ਆਪਾਂ ਨੂੰ ਦੇਖਣਾ ਹੈ ਬੱਚਾ ਕੀ ਕਰ ਰਿਹਾ ਹੈ। ਬੱਚਿਆਂ ਨੂੰ ਟਾਈਮ ਦੇਣ ਦੀ ਲੋੜ ਹੈਗੀ ਹੈ। ਇਹ ਨਹੀਂ ਆਪਾਂ ਸਿਰਫ ਕੰਮ ਤੇ ਹੀ ਬੈਠੇ ਰਹੀਏ। ਆ ਕੇ ਤੁਸੀਂ ਖੁਦ ਟਾਈਮ ਸਪੈਂਡ ਕਰੋ ਤਾਂ ਕਿ ਬੱਚੇ ਨੂੰ ਸਮਝ ਪਾਓ ਅੰਦਰ ਤੱਕ ਕਿ ਉਹਦੇ ਮਨ 'ਚ ਕੀ ਚੱਲ ਰਿਹਾ ਹੈ, ਤਾਂ ਕਿ ਬੱਚਾ ਆਪਣੀ ਗੱਲ ਸਾਂਝੀ ਕਰ ਸਕੇ। ਇਹ ਬਹੁਤ ਜ਼ਰੂਰੀ ਹੈ। ਪੇਰੈਂਟਸ ਇਹ ਕੰਮ ਕਰ ਸਕਦੇ ਹਰ ਵਰਕਿੰਗ ਹੈਗੇ ਨੇ ਜ਼ਿਆਦਾਤਰ ਜਿਹੜੇ ਕਪਲ ਹੈਗੇ ਨੇ, ਤੇ ਫਿਰ ਉਹ ਸਮਾਂ ਬਹੁਤ ਘੱਟ, ਕਿਉਂਕਿ ਆਫਿਸ ਤੋਂ ਥੱਕ ਕੇ ਆਏ ਨੇ, ਗੱਲ ਨਹੀਂ ਕਰਦੇ ਪੇਰੈਂਟਸ। ਅਸੀਂ ਸਾਰੀ ਰੈਟ ਰੇਸ 'ਚ ਭੱਜ ਰਹੇ ਹਾਂ। ਪੇਰੈਂਟਸ ਵੀ, ਉਹਨਾਂ ਕੋਲ ਟਾਈਮ ਨਹੀਂ ਬੱਚਿਆਂ ਨੂੰ ਪੇਰੈਂਟਸ ਕੋਲ ਟਾਈਮ ਨਹੀਂ। ਮੋਬਾਈਲ, ਬੱਚੇ ਪਹਿਲਾਂ ਕਈ ਵਾਰ ਸਕੂਲ ਤੋਂ ਆਉਂਦੇ ਨੇ, ਫਿਰ ਟਿਊਸ਼ਨ ਨੇ, ਫਿਰ ਕੋਈ ਡਾਂਸ ਕਲਾਸ ਹੈ, ਫਿਰ ਕੋਈ ਐਕਸਟਰਾ। ਆਪਾਂ ਬਹੁਤ ਮਕੈਨੀਕਲ ਬਣਾਤਾ ਹੈ ਸਭ ਕੁਝ, ਸਾਰਾ ਸਿਸਟਮ ਚੱਲ ਰਿਹਾ ਇਦਾਂ ਹੀ। ਪ੍ਰੋਫੈਸਰ ਸਾਹਿਬ ਨੇ ਦੱਸਿਆ ਕਿ ਬੱਚਾ ਜਨਮ ਤੋਂ 100 ਸਾਲ ਪਹਿਲਾਂ ਹੀ ਸਿੱਖਣ ਲੱਗ ਜਾਂਦਾ। ਬਿਲਕੁਲ ਇਹਨਾਂ ਨੇ ਜ਼ਿੰਦਗੀ ਦਾ ਤਜਰਬਾ ਦੱਸਿਆ। 100 ਸਾਲ ਪਹਿਲਾਂ ਸਿੱਖਣ ਲੱਗਾ, ਬਾਬੇ ਦੀਆਂ, ਦਾਦੇ ਦੀਆਂ, ਪੜਦਾਦੇ ਦੀਆਂ ਸਿੱਖਿਆਵਾਂ ਦਾ ਅਸਰ ਹੁੰਦਾ। ਪਰ ਬੱਚੇ ਕਹਿੰਦੇ ਨੇ ਅੱਜ ਦੇ ਵੀ ਸਾਨੂੰ ਜ਼ਿਆਦਾ ਪਤਾ, ਤੁਹਾਨੂੰ ਘੱਟ ਪਤਾ। ਇਹ ਫਰਕ ਹੈ, ਇਹ ਸਾਡੀ ਨਹੀਂ। ਕੁਝ ਬੱਚੇ ਇਸ ਤਰ੍ਹਾਂ ਦੇ ਹੈ ਵੀ ਹੈ, ਇਹ ਗੱਲ ਨਹੀਂ ਹੈ ਸਾਰੇ ਬੱਚੇ ਇਦਾਂ ਦੇ ਨਹੀਂ। ਮਾਂ-ਬਾਪ ਇਹਦਾ ਲੈ ਦੇ ਕੇ ਕੋਈ ਹੈ। ਕਾਉਂਸਲਿੰਗ ਹੈ ਜਿਹੜੀ ਸਕੂਲਾਂ ਦੇ ਵਿੱਚ ਹੋਵੇ, ਅਧਿਆਪਕਾਂ ਨੂੰ ਸਕੂਲਾਂ ਦੇ ਵਿੱਚ ਹੋਵੇ, ਬੱਚਿਆਂ ਨੂੰ ਮਾਂ-ਬਾਪ ਪੂਰਨ ਤੌਰ ਤੇ ਐਸੋਸੀਏਟ ਹੋਣ, ਪੇਰੈਂਟਸ ਦੇ ਸਕੂਲ ਐਸੋਸੀਏਸ਼ਨ ਦੇ ਨਾਲ, ਸਕੂਲ ਸਿਸਟਮ ਦੇ ਨਾਲ, ਮੈਨੇਜਮੈਂਟ ਦੇ ਨਾਲ। ਕਮਿਊਨੀਕੇਸ਼ਨ ਗੈਪ ਹੈ ਜਾਂਦੇ ਔਜਲਾ ਸਾਹਿਬ। ਦੇਖੋ, ਇਹ ਜਿਹੜਾ ਨਾ ਗੱਲ ਹੈਗੀ ਆ ਵੀ ਕਿਵੇਂ, ਇੱਕ ਤਾਂ ਪਹਿਲੀ ਗੱਲ ਸਕੂਲਾਂ ਦਾ ਮਾਹੌਲ ਜਿਹੜਾ ਨਾ ਉਹ ਖੁਸ਼ਗਵਾਰ ਹੋਣਾ ਚਾਹੀਦਾ। ਉੱਥੇ ਐਕਟੀਵਿਟੀਜ਼ ਹੋਣ, ਬੱਚਿਆਂ ਦੀ ਹੌਬੀ ਨਹੀਂ ਕੋਈ ਹੁੰਦੀ। ਤੁਸੀਂ ਬਾਹਰਲੇ ਮੁਲਕ ਦੇ ਸੋਸਾਇਟੀ ਦੇਖੋ, ਫੁੱਟਬਾਲ ਦਾ ਮੈਚ ਹੋ ਰਿਹਾ ਹੁੰਦਾ, ਨਿੱਕੇ ਨਿੱਕੇ ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਆ, ਹੈ ਜੀ। ਆਪਣੇ ਇਹ ਜਿਹੇ ਥਾਵਾਂ ਤੇ ਪਹਿਲੀ ਗੱਲ ਤਾਂ ਵੱਡੇ ਵੀ ਨਹੀਂ ਜਾਂਦੇ, ਛੋਟਿਆਂ ਨੇ ਕੀ ਜਾਣਾ। ਸੋ ਅਸੀਂ ਬੱਚਿਆਂ ਨੂੰ ਇਹ ਜਿਹੀਆਂ ਜਿਹੜੀਆਂ ਹੌਬੀਜ਼, ਐਂਟਰਟੇਨਮੈਂਟ, ਦੂਜੇ
ਇਨਵੋਲਵ ਹੀ ਨਹੀਂ ਕਰਦੇ। ਉਹਨਾਂ ਨੂੰ ਜੋ ਪੜ੍ਹ ਲਓ ਬਸ। Stress। ਫਿਰ ਸਕੂਲ ਆ ਗਏ, ਫਿਰ ਟਿਊਸ਼ਨ ਚਲੇ ਗਏ, ਉਹ ਟਿਊਸ਼ਨ ਤੇ ਕੀ ਪੜ੍ਹਿਆ, ਸਕੂਲ ਕੀ ਪੜ੍ਹਿਆ, ਕੋਈ ਪਤਾ ਨਹੀਂ। ਪੈਸੇ ਦੇਤੇ, ਸਾਡੇ ਮਾਂ ਪਿਓ ਸਮਝਦੇ ਵੀ ਅਸੀਂ ਪੈਸੇ ਦੇਤੇ, ਸਕੂਲ ਕਰਾਤਾ, ਟਿਊਸ਼ਨ ਜ਼ਿੰਮੇਵਾਰੀ ਖਤਮ, ਸਾਡੀ ਜ਼ਿੰਮੇਵਾਰੀ ਖਤਮ ਹੋ ਗਈ। ਸੋ ਇਹ ਮਾਂ ਪਿਓ ਦੀ, ਜੇ ਮੈਂ ਤਾਂ ਇਹ ਕਹਿੰਦਾ ਵੀ ਜੇ ਕਿਸੇ ਦਾ ਬੱਚਾ ਨਲਾਇਕ ਹੈ, ਪੜ੍ਹੇ ਲਿਖੇ ਬੰਦੇ ਦਾ, ਉਹ ਬੰਦਾ ਕਸੂਰਵਾਰ ਹੈ, ਮਾਂ ਪਿਓ ਸਾਰੇ ਬਾਅਦ ਚੱਲਦੇ ਜੀ। ਉਹ ਕਸੂਰਵਾਰ ਹੈ। ਹਾਂ, ਕੋਈ ਮਜ਼ਦੂਰ ਬੰਦਾ, ਉਹਨੂੰ ਵਿਚਾਰੇ ਨੂੰ ਆਪ ਨੂੰ ਨਹੀਂ ਕੋਈ ਪਤਾ ਉਹਦੇ ਬੱਚੇ ਕਿੱਥੇ ਪੜ੍ਹਾਏ, ਕਿਵੇਂ ਪੜ੍ਹਾਏ, ਉਹਦੀ ਨਹੀਂ ਆਪਾਂ ਕਹਿੰਦੇ। ਪਰ ਪੜ੍ਹੇ ਲਿਖੇ ਬੱਚੇ ਦਾ, ਬੰਦੇ ਦਾ ਜੇ ਬੱਚਾ ਨਹੀਂ ਪੜ੍ਹਦਾ ਤਾਂ ਉਹ ਜ਼ਿੰਮੇਵਾਰ ਹੋਈ। ਚਲੋ, ਬਹੁਤ ਧੰਨਵਾਦ ਸੰਤੋਖ ਸਿੰਘ ਔਜਲਾ ਜੀ, ਡਾਕਟਰ ਰਾਘਵ ਜੀ ਤੇ ਐਸ ਸੋਢੀ ਸਾਹਿਬ। ਵੱਡੀ ਗੱਲ ਇਹਦੇ ਵਿੱਚ ਨਿਕਲ ਕੇ ਸਾਹਮਣੇ ਇਹ ਆਈ ਹੈ ਕਿ ਜਿਹੜਾ ਮਾਪਿਆਂ ਦਾ, ਅਧਿਆਪਕਾਂ ਦਾ, ਬੱਚਿਆਂ ਦਾ ਆਪਸ ਦੇ ਵਿੱਚ ਜਿਹੜਾ ਤਾਲਮੇਲ ਦੀ ਕਮੀ ਬਿਲਕੁਲ ਨਾ ਹੋਵੇ, ਜਿਹੜੀ ਵਾਰਤਾਲਾਪ ਦੀ ਕਮੀ ਨਾ ਹੋਵੇ, ਕਮਿਊਨੀਕੇਸ਼ਨ ਗੈਪ ਬਿਲਕੁਲ ਨਾ ਹੋਵੇ। ਜੇ ਕੋਈ ਮੁਸ਼ਕਿਲ ਆਈ ਹੈ, ਆਪਸ ਦੇ ਵਿੱਚ ਗੱਲ ਕਰੋ। ਜੇ ਬੱਚਿਆਂ ਨੂੰ ਆਈ ਹੈ ਤਾਂ ਮਾਪਿਆਂ ਨੂੰ ਦੱਸਣ, ਜੇ ਮਾਪਿਆਂ ਨੂੰ ਕੋਈ ਇਸ ਤਰ੍ਹਾਂ ਦੀ ਦਿੱਕਤ ਆ, ਉਹ ਅਧਿਆਪਕਾਂ ਨੂੰ ਦੱਸਣਗੇ। ਉਹ ਗੱਲ ਜਿਹੜੀ ਹੈ ਉਹਦਾ ਹੱਲ ਹੋਏਗਾ। ਜਦੋਂ ਤੱਕ ਤੁਸੀਂ ਅੰਦਰੋਂ ਅੰਦਰੀ ਸਭ ਕੁਝ ਰੱਖੋਗੇ, ਫਿਰ ਉਸ ਗੱਲ ਦਾ ਹੱਲ ਨਹੀਂ ਹੁੰਦਾ। ਇਹ ਛੋਟੀਆਂ ਗੱਲਾਂ ਜੇ ਸਕੂਲਾਂ ਦੇ ਵਿੱਚ, ਘਰਾਂ ਦੇ ਵਿੱਚ ਵਾਪਰਦੀਆਂ ਨੇ ਤਾਂ ਉਹਦਾ ਮਤਲਬ ਇਹ ਨਹੀਂ ਕਿ ਅਸੀਂ ਖੁਦਕੁਸ਼ੀ ਤੱਕ ਦਾ ਵੱਡਾ ਸਟੈਪ ਚੁੱਕ ਲੈਣਾ। ਧਨੰਜੇ ਚਲੇ ਗਿਆ, ਉਹਨੇ ਕਦੇ ਵਾਪਸ ਨਹੀਂ ਆਉਣਾ ਹੈਗਾ। ਉਹਦੇ ਮਾਂ-ਪਿਓ ਨੂੰ ਪਤਾ ਹੈ ਜਾਂ ਉਹਦੇ ਪਰਿਵਾਰ ਨੂੰ ਪਤਾ ਹੈ ਕਿ ਕਿੱਡਾ ਵੱਡਾ ਦੁੱਖ ਹੈ। ਅਧਿਆਪਕਾਂ ਨੂੰ ਵੀ ਸਮਝਣਾ ਚਾਹੀਦਾ ਹੈ, ਸੁਸਾਇਟੀ ਨੂੰ ਵੀ ਸਮਝਣਾ ਚਾਹੀਦਾ, ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਨਾ ਹੋਵੇ। ਫਿਲਹਾਲ ਇਸ ਪੇਸ਼ਕਸ਼ ਵਿੱਚ ਬਸ ਇੰਨਾ ਹੀ। ਸਾਨੂੰ ਦਿਓ ਇਜਾਜ਼ਤ। ਧੰਨਵਾਦ।